सो हेलो एवरीवन, मेरे वालों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਆਪਣਾ ਬਹੁਤ ਇੰਪੋਰਟੈਂਟ ਚੈਪਟਰ ਜਿਹੜਾ ਕਿ ਬੋਟਨੀ ਤੇ ਜ਼ੂਲੌਜੀ ਦੋਵਾਂ ਵਿੱਚ ਹੈ ਤੇ ਤੁਹਾਨੂੰ ਮਾਰਕਸ ਲੈ ਕੇ ਜ਼ਰੂਰ ਦੇਗਾ। ਉਹ ਕਿਹੜਾ ਚੈਪਟਰ ਹੈ? ਜੈਨੇਟਿਕਸ ਦਾ ਚੈਪਟਰ। ਬਹੁਤ ਇੰਪੋਰਟੈਂਟ ਚੈਪਟਰ ਹੈ। 4 ਤੋਂ 5 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਹੈ ਇਸ ਚੋਂ ਪੱਕਾ ਆਏਗਾ। ਤੁਹਾਡਾ ਬੋਟਨੀ ਦਾ ਵੀ ਤੇ ਜ਼ੂਲੌਜੀ ਦਾ ਵੀ, मतलब कि टोटल आप 10 ਤੋਂ 12 नंबर की तैयारी कर लांगे जे आप ਜਿਹੜੇ ਜੈਨੇਟਿਕਸ वाले ਲੈਕਚਰ ने वो चंगी तरह ला ले, क्योंकि इस बारी का अपना की नारा है अब की बार 120 पार। इस बारी आप उस चीज़ ਨੂੰ पार करना ही करना है। तो चलो आप शुरुआत करते हैं। तो उस तो पहले मैं ਤੁਹਾਨੂੰ ਦੱਸਦਾ कि ਤੁਸੀਂ ਸਾਰਿਆਂ ਨੇ ਜੇ ਤੁਹਾਨੂੰ ਨੋਟਸ PDF कुछ भी चाहिए ਜਿਵੇਂ कि ना ਤੁਹਾਡੇ ਮਾਸਟਰ ਕੈਡਰ ਸਾਇੰਸ ਦਾ ਜਿਹੜਾ ਸਾਰਾ ਸਿਲੇਬਸ ਹੈ ਉਹ ਸਾਰਾ ਦਾ ਸਾਰਾ ਸਿਲੇਬਸ ਮੈਂ ਤੁਹਾਡੇ ਉੱਤੇ ਪਾਇਆ ਹੋਇਆ ਹੈ ਗਰੁੱਪ ਵਿੱਚ। ਮਾਸਟਰ ਕੈਡਰ ਸਾਇੰਸ ਬਾਈ ਰਿਦਮ ਮੈਮ ਹੈਗਾ ਆਪਣਾ ਟੈਲੀਗ੍ਰਾਮ ਚੈਨਲ, ਇਹਨੂੰ ਤੁਸੀਂ ਸਾਰਿਆਂ ਨੇ ਕੀ ਕਰ ਲੈਣਾ, ਜੁਆਇਨ ਕਰ ਲੈਣਾ। ਹੁਣ ਆਪਾਂ ਚੱਲਦੇ ਹਾਂ ਇੱਕ ਇੰਪੋਰਟੈਂਟ ਚੀਜ਼ ਦੀ ਤਰਫ ਜਿਹੜੀ ਕੀ ਹੈ ਆਪਣੇ MCQs। ਠੀਕ ਹੈ, ਸਭ ਤੋਂ ਪਹਿਲੇ ਹੂ ਕੁਆਇੰਟ ਦਾ ਟਰਮ ਜੀਨ। ਜੀਨ ਟਰਮ ਕਿਨੇ ਕੁਆਇਨ ਕੀਤੀ ਸੀ? ਜੀਨ ਟਰਮ ਵਾਸ ਕੁਆਇਨਡ ਬਾਈ ਜੋਹਾਨਸਨ, ਬੈਟਸਨ, ਮੋਰਗਨ ਜਾਂ ਰੋਬਰਟ ਹੁਕ। ਤਾਂ ਰੋਬਰਟ ਹੁਕ ਨੇ ਕੀ ਡਿਸਕਵਰ ਕੀਤਾ ਸੀ? ਡੈਡ ਸੈਲ। लिविंग सेल किने डिस्कवर किया सी? एंटन वॉन लीवनहुक ने। एंटन वॉन लीवनहुक ने। ठीक है, आई थिंक आ सारी चीज तुहानू समझ आई होगी इत्थे तक। मॉर्गन ने की किया सी? स्पैसिफिक लोकस ते किथे जीन प्रेजेंट आपां नू आ दस्सिया सी। ठीक है, बैटसन ने की किया सी? बैटसन ने फाइंड की सी अलील। ते जीन टर्म किने कॉइन की सी? जोहानसन ने 1909 ਵਿੱਚ ਟਰਮ ਜੀਨ ਵਾਸ ਗਿਵਨ ਬਾय ਜੋਹਾਨਸਨ। ਠੀਕ ਹੈ, ਸਾਰਿਆਂ ਨੂੰ ਸਮਝ ਆਇਆ ਇੱਥੇ ਤੱਕ। ਤੇ ਜੀਨ ਹੁੰਦਾ ਕੀ ਹੈ? ਜੀਨ ਉਹ ਯੂਨਿਟ ਹੈ ਜਿਹੜੀ ਕੀ ਹੁੰਦੀ ਹੈ, ਟ੍ਰਾਂਸਫਰ ਹੁੰਦੀ ਹੈ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ, ਟ੍ਰਾਂਸਫਰਸ ਟੂ ਨੈਕਸਟ ਜਨਰੇਸ਼ਨ। ਤੇ ਹੋਰ ਕੀ ਕਰਦੀ ਹੈ? ਆਪਦੇ ਆਪ ਨੂੰ ਐਕਸਪ੍ਰੈਸ ਕਰਦੀ ਹੈ। ਤੇ ਐਕਸਪ੍ਰੈਸ ਕਰਕੇ ਕੀ ਹੁੰਦਾ ਹੈ? ਐਕਸਪ੍ਰੈਸ ਕਰਕੇ ਆਪਣੇ ਵਿੱਚ ਕੀ ਬਣਾਉਂਦੀ ਹੈ? ਕਰੈਕਟਰ। ਕਿ ਆਪਾਂ ਕਿਵੇਂ ਦੇ ਦਿਖਾਂਗੇ, ਕਿਵੇਂ ਦੇ ਫੀਚਰਸ ਆਣਗੇ ਤੁਹਾਡੇ, ਕਿਵੇਂ ਦੇ ਤੁਸੀਂ ਤੁਹਾਡੇ ਵਾਲ ਕਿਵੇਂ ਦੇ ਹੋਣਗੇ, ਤੁਹਾਡੀ ਹਾਈਟ ਕਿੰਨੀ ਕੁ ਹੋਏਗੀ, ਇਹ ਸਾਰੀ ਚੀਜ਼ਾਂ ਕੌਣ ਕੰਟਰੋਲ ਕਰਦੀ ਹੈ? ਜੀਨ ਕੰਟਰੋਲ ਕਰਦੀ ਹੈ। ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। Chemically, gene is a segment of DNA called dash that has one particular function. That has one particular function. एक particular function ਹੁੰਦਾ ਜੀਨ ਦਾ। ਹੁਣ ਜੀਨ ਆਈ, ਕਿਹੜੀ ਜੀਨ ਆਈ? ਹਾਈਟ ਦੀ ਜੀਨ ਆਈ। ਬੰਦੇ ਦੀ ਕੀ ਹਾਈਟ ਬਣੇਗੀ, ਕਿਹੜਾ ਬਾਡੀ ਵਿੱਚ ਕੀ ਕੰਪਲੈਕਸ਼ਨ ਆਏਗਾ, ਵਾਲ ਤੁਹਾਡੇ ਕਾਲੇ ਹੋਣਗੇ, ਬ੍ਰਾਊਨ ਹੋਣਗੇ, ਆਈਜ਼ ਤੁਹਾਡੀਆਂ ਬ੍ਰਾਊਨ ਹੋਣਗੀਆਂ, ਬਲੈਕ ਹੋਣਗੀਆਂ, ਬਲੂ ਹੋਣਗੀਆਂ, ਹਨਾ। ਬਲੂ ਆਈਜ਼ ਹਿਪਨੋਟਾਈਜ਼ ਵਾਲੀ ਜਿਹੜੀ ਆਪਾਂ ਗੱਲ ਕਰ ਦਿੰਦੇ ਆ। ਤਾਂ ਉਹ ਸਾਰੀ ਚੀਜ਼ਾਂ ਨੂੰ ਕੰਟਰੋਲ ਕੌਣ ਕਰੇਗਾ? ਉਹ ਚੀਜ਼ਾਂ ਨੂੰ ਕੰਟਰੋਲ ਕਰੇਗੀ ਜੀਨ। ਤੇ ਜੀਨ ਨੂੰ ਆਪਾਂ ਕੈਮੀਕਲੀ, ਜੀਨ ਕੀ ਹੈ? ਸੈਗਮੈਂਟ ਆਫ DNA। ਜੀਨ ਕੀ ਹੈ? ਸੈਗਮੈਂਟ ਆਫ DNA। ਤੇ ਉਹ ਸੈਗਮੈਂਟ ਆਫ DNA ਕੀ ਕਰਦੀ ਹੈ? ਸੈਗਮੈਂਟ ਆਫ DNA ਟ੍ਰਾਂਸਕ੍ਰਿਪਸ਼ਨ ਕਰਕੇ ਕੀ ਬਣਾਉਂਦੀ ਹੈ? RNA। ਟ੍ਰਾਂਸਕ੍ਰਿਪਸ਼ਨ ਕਰਕੇ ਬਣਾਉਂਦੀ ਹੈ RNA। ਤੇ RNA ਤੋਂ ਕੀ ਬਣਦਾ ਹੈ? DNA। RNA ਤੋਂ ਕੀ ਬਣਦਾ ਹੈ? DNA। ਤੇ DNA ਕਿਵੇਂ ਬਣਦਾ ਹੈ? ਉਹ RNA ਤੋਂ ਕੀ ਬਣਦਾ? ਸੌਰੀ, ਪ੍ਰੋਟੀਨ। RNA ਤੋਂ ਕੀ ਬਣਦਾ ਹੈ? ਪ੍ਰੋਟੀਨ। ਤੇ ਪ੍ਰੋਟੀਨ ਕਿਸ ਰਾਹੀਂ ਕਿਹਦੇ ਨਾਲ ਬਣਦਾ ਹੈ? ट्रांसलेशन दी प्रोसेस नाल। किंदे नाल बनदा है? ट्रांसलेशन दी प्रोसेस नाल। तो केमिकली जीन इज अ सेगमेंट ऑफ DNA। ते ओनू आपां की कहने आ? सिस्ट्रोन। की कहने आ? सिस्ट्रोन। जी केमिकली जिहड़ी अपनी सेगमेंट ऑफ DNA है, जिहड़ी जीन है, ओनू आपां की कहने आ? सिस्ट्रोन कह दिंदे आ उस पोर्शन नू जिहड़ी की करदी है एक पार्टिकुलर फंक्शन परफॉर्म करदी है। वो पार्टिकुलर फंक्शन किहड़ा है? जिवें आपां प्लांट हाइट दी एग्जांपल लित्ती सी उस दिन। ठीक है, प्लांट हाइट डिसाइड करेगी पर्टिकुलर जीन। तो वो की होगी? ਜਿਹੜੀ पर्टिकुलर जीन ਉਹਨੂੰ ਆਪਾਂ ਕੀ ਕਵਾਂਗੇ? ਸਿਸਟਰੋਨ। ਕੀ ਕਵਾਂਗੇ ਉਹਨੂੰ ਆਪਾਂ? ਸਿਸਟਰੋਨ। ਹਿਸਟੋਨ ਕੀ ਹੁੰਦਾ? ਪ੍ਰੋਟੀਨ ਹੁੰਦਾ ਜਿਹੜੇ ਆਪਣੇ ਜੈਨੇਟਿਕ ਮਟੀਰੀਅਲ ਦੀ ਪੈਕਿੰਗ ਵਿੱਚ ਹੈਲਪ ਕਰਦਾ ਹੈ। ਜੈਨੇਟਿਕ ਮਟੀਰੀਅਲ ਪੈਕੇजिंग ਵਿੱਚ ਕਿੰਦੀ ਕੀ ਕਰਦਾ ਹੈ? ਹੈਲਪ ਕਰਦਾ ਹੈ। ਠੀਕ ਹੈ, ਪ੍ਰੋਟੋਨ ਤਾਂ ਇੱਥੇ ਹੋ ਹੀ ਨਹੀਂ ਸਕਦਾ। ਤੇ ਅਲੀਲ ਕੀ ਹੈ? डिफरेंट फॉर्म्स ऑफ वन जीन की हुंदा है? अलील हुंदा है। ते इहनू किने क्वाइन कीता सी? बैटसन ने क्वाइन कीता सी 1905 विच। ठीक है, आई थिंक आई एम वेरी क्लीयर टिल हेयर। जीन ते अलील समझ आई। हुण अगला क्वेश्चन तो तुहानू आंदा ही होएगा। सब तो पहली गल, अलील टर्म वाज क्वाइंड बाय हुम? तुहाडा की आंसर होएगा? बैटसन। जोहानसन ने की कीता सी? जोहानसन ने कीती सी जीन टर्म क्वाइन। मैंडल ने की कीता सी?
hybridization experiment on pea plant, hybridization experiment on pea plant। समझ आई इत्थों तक। उस तो बाद रॉबर्ट ब्राउन ने की किया सी, रॉबर्ट ब्राउन ने किया सी न्यूक्लियस डिस्कवर, कदों किया सी 1831 विच। कि बैटसन ने सिर्फ एलील टर्म दी सी? नहीं, बैटसन ने होर की दिता सी आपां नूं, जेनेटिक्स टर्म भी बैटसन ने क्वाइन की है, एलील टर्म भी बैटसन ने क्वाइन की है। F1 जनरेशन, F1 फिलियल जनरेशन आप कहांगे, F2 जनरेशन नाम आएगा। ये जेडे सारे नाम ने ये किन्ने दिते ने? बैटसन ने दिते ने। सारे जिन्हें आप पॉइंट्स नोट कर लो, सिर्फ एलील टर्म नहीं, जेनेटिक्स की हुंदी है, F1 F2 जनरेशन की हुंदी ने, सारे दी सारे टर्म्स किन्ने दित्तियां ने? W बैटसन या विलियम बैटसन ने दित्तियां ने। ते एलील टर्म नु क्वाइन कदों कीता सी? 1905 विच। कदों क्वाइन कीता सी? 1905 विच, ठीक है। ते अलील दा एक होर नाम हुंदा है कि अलीलोमॉर्फ। अलील दा होर की नाम हुंदा है? अलीलोमॉर्फ। अलीलोमॉर्फ दा मतलब कि बिलोंगिंग टू ईच अदर। बिलोंगिंग टू ईच अदर आपां क्यों कहने आ? क्योंकि एक ही करैक्टर दे की हुंदे ने? डिफरेंट फॉर्म्स हुंदे ने। एक करैक्टर दे डिफरेंट फॉर्म्स हुंदे ने, ठीक है। डिफरेंट ट्रेट, ट्रेट 1, ट्रेट 2, ट्रेट 3, किन्ने भी ट्रेट हो सकते ने वो, ठीक है। डिफरेंट फॉर्म्स ऑफ अ करैक्टर इज कॉल्ड ट्रेट। ते ओ की किंदे नाल एक्सप्रेस करदे ने? एक जीन एक ट्रेट एक करैक्टर एक्सप्रेस करदी है, ठीक है। ते उस जीन दे डिफरेंट फॉर्म्स हो सकते ने, ते ओनू आपां की कहने आ? अलील कहने आ। ते अलील किंदे ते प्रेजेंट हुंदे ने? होमोलोगस पेयर ऑफ क्रोमोसोम। किंदे ते प्रेजेंट हुंदे ने? होमोलोगस पेयर ऑफ क्रोमोसोम दे स्पेसिफिक लोकस ते। जे आ वाली जीन एस पोजीशन ते है, ते आ वाली जीन भी एस पोजीशन ते ही होएगी। मान लो स्टेम हाइट दी जीन है, जे फ्लावर पोजीशन दी, जेडे फ्लावर पोजीशन दी आ जीन है, जे आ फ्लावर पोजीशन दी जीन है, तो होमोलोगस क्रोमोसोम दी स्पेसिफिक लोकस ते, मतलब कि बिल्कुल जेड़ियां आमने सामने जीन प्रेजेंट होणगियां स्पेसिफिक लोकस ते, ओनू आपां की कहांगे? एलील्स, या फिर होर की कह सकदे आ? एलीलिक जीन्स। की कह सकदे आ? एलीलिक जीन्स। आई थिंक तुहानू आ वाली सारी चीज समझ आई होएगी इत्थों तक, ठीक है। सो लेट्स मूव टू द नेक्स्ट क्वेश्चन। Which of the following statement is true about wild allele? वाइल्ड अलील है जिहड़ी ओरिजिनली प्रेजेंट हुंदी है पॉपुलेशन विच, बिल्कुल जिहड़ी अपनी वाइल्ड अलील हुंदी है। मतलब कि जदों आपां गल कीती सी स्टेम हाइट दी, ठीक है, जदों आपां गल की कीती सी स्टेम हाइट दी, तो स्टेम हाइट है एक करैक्टर, मतलब कि एक पर्टिकुलर जीन का कोई करैक्टर है, ठीक है। उन्हां दी डिफरेंट फॉर्म्स हो सकती हैं, और टॉल भी हो सकता है और डवार्फ भी हो सकता है। बट जिहड़ी वाइल्ड वाली अलील होएगी वो किहड़ी होएगी? टॉल वाली होएगी, क्योंकि ये की हुंदी है जर्नली डोमिनेंट हुंदी है। कि इस तरह दी हुंदी है? जर्नली डोमिनेंट हुंदी है ना। हुण एक जिहड़ी जीन प्रेजेंट हुंदी है ना, जिहड़ी जीन प्रेजेंट हुंदी है वो जर्नली की हुंदा वाइल्ड अलील ही प्रेजेंट हुंदी है। वो जिहड़ी वाइल्ड अलील हुंदी है ओही प्रेजेंट हुंदी है जर्नली। फिर की हुंदी है? म्यूटेशन हुंदी है, तो अपने कोल जिहड़ी जीन है वो की कर जांदी है? चेंज कर जांदी है। जदों म्यूटेशन हुंदी है ना, तो की हुंदा है? जीन बदल जाती है। तो जिहड़ी जीन बदलती है उन्होंने आपां की कहने आ? म्यूटेंट अलील। जिहड़ी जीन बदलती है उन्होंने आपां की कहने आ? म्यूटेंट अलील, जदों कोई मॉडिफिकेशन हुंदी है। तो मैं तुहानूं दस्सिया सी कि जदों अपनी वाइल्ड अलील तो म्यूटेशन हुंदी है तो 3 केस बन सकते हैं। जिहड़ी वाइल्ड अलील होएगी, जिहड़ी भी कोई जीन होएगी, सब तो पहले की करती है? प्रोटीन बनाती है या एंजाइम बनाती है, ठीक है। जिहड़ा वो एंजाइम बनाएगी, जे वो फंक्शनल है, जे वो की है फंक्शनल है, तो वो की करेगा? कोई ना कोई पर्टिकुलर करैक्टर नु की करेगा? एक्सप्रेस करेगा। वो एक्सप्रेस केड़ा वाला होएगा? टॉल वाला, ठीक है, जो डोमिनेंट है, जर्नली वाइल्ड अलील है। मतलब बेसिकली जदों आ वाली जीन आंदी तो करैक्टर नु एवें ही एक्सप्रेस करता। फिर ना थोड़ी जी मान लो जीन म्यूटेशन होगी, तो अपनी जिहड़ी अलील है वो की होगी? मॉडिफाई होगी, ठीक है। अपनी जिहड़ी अलील है वो की होगी? मॉडिफाई होगी। मॉडिफाई होके वो 3 तरह की चीज बन सकती है, ठीक है। या तो ये हो सकता है कि जिहड़ा एंजाइम इहदे च बनया नॉर्मल, ओही नॉर्मल एंजाइम वो बना दे, है ना, शायद चेंज होके भी काम सही करे। या फिर हो सकता है कि लैस फंक्शनल एंजाइम बनाए, कि जिहड़ा एंजाइम है वो लैस फंक्शनल होए, ठीक है, ते ज्यादा फर्क ना पवे। या फिर वो एवें दा एंजाइम बना सकते जिहड़ा की होवे? नॉन फंक्शनल होवे, जिहड़ा की होवे? नॉन फंक्शनल होवे। हुण 3 तरह के एंजाइम हो सकते हैं, नॉर्मल, लैस फंक्शनल ते
नॉन फंक्शनल। ठीक है, जो नॉर्मल एंजाइम है ਤੁਹਾਡਾ, ਜਿਹੜਾ ਨॉर्मल एंजाइम है ਉਹ ਕੀ ਕਰੇਗਾ, ਉਹਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਅਲੀਲ ਦੀ ਮਿਊਟੇਸ਼ਨ ਹੋਈ ਹੈ ਨਾ, ਉਹਨੂੰ ਫਰਕ ਹੀ ਨਹੀਂ ਪਿਆ ਉਸ ਚੀਜ਼ ਨਾਲ ਜਿਹੜੀ ਵੀ ਮਿਊਟੇਸ਼ਨ ਹੋ ਗਈ ਉਹਦੇ ਵਿੱਚ। ਤਾਂ ਕਰਕੇ ਉਹ ਕਿਹੜਾ ਜੀਨ ਜਿਹੜਾ ਕਿਹੜਾ ਆਪਾਂ ਨੂੰ ਫੀਨੋਟਾਈਪ ਦੇਖਣ ਨੂੰ ਮਿਲੇਗਾ, ਆਪਾਂ ਨੂੰ ਟੌਲ ਹੀ ਵੇਖਣ ਨੂੰ ਮਿਲੇਗਾ। ਫਿਰ ਜਿਹੜੇ ਲੈਸ ਫੰਕਸ਼ਨਲ ਐਂਜ਼ਾਈਮ ਹੈ ਪਰ ਉਹਨੇ ਥੋੜਾ ਬਹੁਤ ਕੰਮ ਤਾਂ ਕੀਤਾ ਹੈ। ਹੁਣ ਜਿਵੇਂ ਮੰਨ ਲਓ ਤੁਹਾਡੇ ਪੇਪਰ ਹੁੰਦੇ ਆ ਹਨਾ, ਦਾ ਇੱਕ ਤਾਂ ਟੌਪਰ ਬੱਚਾ ਹੈ, ਨਾਰਮਲ ਕੰਡੀਸ਼ਨ ਵਿੱਚ ਉਹਦੇ ਕੋਲ ਕੋਈ ਐਵੇਂ ਨਹੀਂ ਹੈਗੀ ਕੰਡੀਸ਼ਨ ਕਿ ਉਹ ਪੜ੍ਹਾਈ ਨਾ ਕਰੇ, ਕੋਈ ਡਿਸਟਰੈਕਸ਼ਨ ਨਹੀਂ ਹੈਗੀ, ਨਾਰਮਲ ਐਂਜ਼ਾਈਮ ਬਣਿਆ, ਡੋਮੀਨੈਂਟ ਅਲੀਲ ਬਣੀ। ਫਿਰ ਦੂਜੇ ਕੇਸ ਵਿੱਚ ਕੀ ਹੋਇਆ, ਮਿਊਟੇਸ਼ਨ ਹੋ ਗਈ, ਉਹ ਬੱਚਾ ਨਾ ਥੋੜਾ ਜਿਹਾ ਵਿਗੜ ਗਿਆ, ਉਹਨੇ ਘੱਟ ਪੜ੍ਹਨਾ ਸ਼ੁਰੂ ਕਰਤਾ। ਪਰ ਜਦੋਂ ਉਹ ਥੋੜਾ ਜਿਹਾ ਵਿਗੜਿਆ ਤੇ ਉੱਧਰ ਧਿਆਨ ਦੇਣ ਲੱਗਿਆ ਤਾਂ ਵੀ ਉਹਨੇ ਕੀ ਕੀਤਾ, ਉੱਧਰ ਧਿਆਨ ਵੀ ਦੇਣ ਲੱਗਿਆ ਬਟ ਆਪਣੀ ਸਟੱਡੀ ਦਾ ਉਹਨੇ ਟਾਈਮ ਪ੍ਰੋਪਰ ਰੱਖਿਆ, ਤਾਂ ਕੀ ਬਣੀ, ਨਾਰਮਲ ਅਲੀਲ ਬਣੀ। ਫਿਰ ਉਹਨੇ ਥੋੜਾ ਜਿਹਾ ਪੜ੍ਹਨਾ ਘੱਟ ਕੀਤਾ। ਠੀਕ ਹੈ, ਉਹਨੇ ਥੋੜਾ ਜਿਹਾ ਪੜ੍ਹਨਾ ਘੱਟ ਕੀਤਾ ਤਾਂ ਵੀ ਉਹ ਪਾਸ ਤਾਂ ਵੀ ਹੋ ਗਿਆ, ਤਾਂ ਵੀ ਮਤਲਬ ਕਿਹੜੀ ਬਣੀ, ਨਾਰਮਲ ਅਲੀਲ। ਬਟ ਜਦੋਂ ਕੀ ਹੋਇਆ, ਉਹਨੇ ਪੜ੍ਹਨਾ ਬਿਲਕੁਲ ਹੀ ਛੱਡਤਾ, ਸਾਰਾ ਦਿਨ ਖੇਲਣ ਕੂਦਣ ਵਿੱਚ, ਬਾਹਰ ਅਵਾਰਾਗਰਦੀ ਕਰਨ ਵਿੱਚ ਉਹਦਾ ਟਾਈਮ ਹੈਗਾ। ਫਿਰ ਕੀ ਹੋ ਗਈ, ਉਹ ਕੀ ਹੋ ਗਿਆ, ਨॉन ਫੰਕਸ਼ਨਲ, ਮਤਲਬ ਕਿ ਉਹਨੂੰ ਪੜ੍ਹ ਹੀ ਨਹੀਂ ਰਿਹਾ। ਤੇ ਜੋ ਪੜ੍ਹ ਹੀ ਨਹੀਂ ਰਿਹਾ, ਉਹਦੇ ਨਾ ਪੜ੍ਹਨ ਨਾਲ ਉਹ ਕੀ ਹੋਏਗਾ, ਮੰਨ ਲਓ ਫੇਲ ਹੋ ਜਾਏਗਾ ਹਨਾ। ਉਹ ਜੇ ਫੇਲ ਹੋ ਜਾਏਗਾ ਮਤਲਬ ਰਿਸੈਸਿਵ ਵਾਲਾ ਜੀਨ ਦੇ ਕੇਸ ਵਿੱਚ ਕੀ ਹੋਏਗਾ, ਰਿਸੈਸਿਵ ਵਾਲਾ ਜੀਨ ਆਪਦੇ ਆਪ ਨੂੰ, ਰਿਸੈਸਿਵ ਵਾਲਾ ਅਲੀਲ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾਏਗਾ। तो फिर की बन जाएगा, डवार्फ बन जाएगा। मतलब कि जो म्यूटेशन होंगी है उदों भी तीन तरह की कंडीशन हो सकती है, या नॉर्मल एंजाइम बन सकता है या लेस फंक्शनल एंजाइम बन सकता है। बच्चा दोनों कंडीशन में पास हो जाएगा। बट जो नॉन फंक्शनल है कि कदे किताब ही चक के नहीं वेखी तो वो फेल ही होएगा। तो फिर उस कंडीशन की होएगा, उस कंडीशन रिसैसिव अलील बनेगी। आई थिंक आई एम वेरी क्लीयर टिल हेयर। आ चीज तुहानू समझ आई। ਹੁਣ ਆਪਾਂ 1 by 1 ਸਾਰੀ ਸਟੇਟਮੈਂਟਸ ਦੁਬਾਰਾ ਪੜ੍ਹਨੇ ਆ। ਜਿਹੜੀ ਵਾਈਲਡ ਅਲੀਲ ਹੈ that is originally present in population, ਬਿਲਕੁਲ ਸਹੀ ਗੱਲ ਹੈ ਕਿ ਪੋਪੂਲੇਸ਼ਨ ਵਿੱਚ originally ਹੈ ਪ੍ਰੈਜ਼ੈਂਟ ਹੁੰਦੀ ਹੈ। ਜਨਰਲੀ ਜਿਹੜੀ ਆ ਜੀਨ ਬੰਦੀ ਹੈ ਡੋਮੀਨੈਂਟ ਵਾਲੀ ਹੋਏਗੀ ਜੀ, ਬਿਲਕੁਲ ਇਹ ਡੋਮੀਨੈਂਟ ਵਾਲੀ ਹੋਏਗੀ। ਰਿਸੈਸਿਵ ਵਾਲੀ ਕਦੋਂ ਐਕਸਪ੍ਰੈਸ ਕਰਦੀ ਹੈ, ਜਦੋਂ ਕੀ ਹੁੰਦੀ ਹੈ, ਮਿਊਟੇਸ਼ਨ ਹੁੰਦੀ ਹੈ, ਮੋਡੀਫਿਕੇਸ਼ਨ ਹੁੰਦੀ ਹੈ, ਮਿਊਟੈਂਟ ਅਲੀਲ ਬਣਦੀ ਹੈ। ਤੇ ਮਿਊਟੈਂਟ ਅਲੀਲ ਦਾ ਜਿਹੜਾ ਐਂਜ਼ਾਈਮ ਬਣਦਾ ਹੈ ਉਹ ਵੀ ਤਿੰਨ ਤਰ੍ਹਾਂ ਦਾ ਬਣ ਸਕਦਾ ਹੈ। ਜੇ ਉਹਦੇ ਵਿੱਚੋਂ ਨॉन ਫੰਕਸ਼ਨਲ ਐਂਜ਼ਾਈਮ ਬਣੇਗਾ ਉਦੋਂ ਹੀ ਰਿਸੈਸਿਵ ਵਾਲਾ ਕਰੈਕਟਰ ਹੈ ਜਿਹੜਾ ਉਹ ਸਾਹਮਣੇ ਆਏਗਾ, ਰਿਸੈਸਿਵ ਵਾਲਾ ਟ੍ਰੇਟ ਸਾਹਮਣੇ ਆਏਗਾ। ਅਦਰਵਾਈਜ਼ ਆਪਣੀ ਜੀਨ ਕਿਵੇਂ ਦੀ ਬਣੇਗੀ, ਅਦਰਵਾਈਜ਼ ਜਿਹੜੀ ਆਪਣੀ ਜੀਨ ਦਾ ਐਕਸਪ੍ਰੈਸ਼ਨ ਆਏਗਾ ਉਹ ਡੋਮੀਨੈਂਟ ਆਏਗਾ। ਮਤਲਬ ਕਿਹੜਾ ਟ੍ਰੇਟ ਅਪੀਅਰ ਹੋਏਗਾ, ਡੋਮੀਨੈਂਟ ਟ੍ਰੇਟ ਅਪੀਅਰ ਹੋਏਗਾ। ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਸਮਝ ਵਿੱਚ ਆਈ। ठीक है। इट अगला अपना थर्ड पॉइंट, इट फॉर्म्स रिसेसिव करैक्टर। वाइल्ड अलील तो रिसेसिव करैक्टर बनना ही नहीं, स्टेटमेंट गलत होगी। एंड इज प्रोड्यूस्ड बाय म्यूटेशन। जेडी म्यूटेंट अलील है ना उनके वास्ते लाइन ठीक है कि जेडी म्यूटेंट अलील है उनके वास्ते लाइन ठीक है कि इट फॉर्म्स रिसेसिव करैक्टर एंड इज प्रोड्यूस्ड बाय म्यूटेशन। पर वो भी तां ठीक है जे आपां एक कंडीशन होर ऐड कर दईए कि एंड फॉर्म्स नॉन फंक्शनल एंजाइम। जदों एक ये फॉर्म करती है नॉन फंक्शनल एंजाइम। समझ आए तो सारे नु? आई थिंक आई एम क्लियर टिल हेयर। एदा मतलब कि अपनी केड़ी स्टेटमेंट ठीक है, स्टेटमेंट 1 ते स्टेटमेंट 2 ते ऐस करके थोड़ा आंसर हो जाएगा बोथ 1 and 2 स्टेटमेंट इज करेक्ट। आई थिंक आई एम वेरी क्लियर टिल हेयर। सारे नु चंगी तरह समझ आया होएगा। An individual, next question है, an individual which contains two contrasting factors of a character or two different gene of one allele। दो different gene of one allele। ठीक है, एक इंडिविजुअल एवं है जिंदे विच की है टू कंट्रास्टिंग करैक्टर ने, टू कंट्रास्टिंग करैक्टर ने। ठीक है, मान लो इत्थे टॉलनेस दा है एंड ए कैपिटल टी हो गया, ए स्मॉल टी हो गया। ए आ कहना चाह रहे हैं तो ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਅਲੀਲ ਕਵਾਂਗੇ। ਅਲੀਲ ਤਾਂ ਇੱਕ ਆ ਚੀਜ਼ ਹੋਗੀ ਨਾ ਕਿ ਆ ਇੱਕ ਅਲੀਲ ਹੋਗੀ ਇਹਦੀ ਜੀਨ ਦੀ ਡਿਫਰੈਂਟ ਫਾਰਮ ਹੋਗੀ, ਤਾਂ ਆਪਾਂ ਅਲੀਲ ਤਾਂ ਨਹੀਂ ਕਹਿ ਸਕਦੇ ਉਹਨੂੰ। ਕਿ ਆਪਾਂ ਉਹਨੂੰ ਡੋਮੀਨੈਂਟ ਟ੍ਰੇਟ ਕਵਾਂਗੇ, ਨਹੀਂ। ਕਿ ਆਪਾਂ ਉਹਨੂੰ ਹੋਮੋਜ਼ਾਈਗੋਟ ਕਵਾਂਗੇ, ਹੋਮੋਜ਼ਾਈਗੋਟ ਥੋੜੀ ਨਾ ਕਵਾਂਗੇ। ਮੰਨ ਲਓ ਇਹ ਮੇਲ ਪੇਰੈਂਟ ਤੋਂ ਜੀਨ ਆਈ, ਇਹ ਫੀਮੇਲ ਪੇਰੈਂਟ ਤੋਂ ਕ੍ਰੋਮੋਸੋਮ ਆਇਆ ਹੈ ਨਾ, ਇੱਕ ਹੈਪਲੋਇਡ ਆਏਗਾ ਤਾਂ ਹੀ ਡਿਪਲੋਇਡ ਬਣੇਗਾ ਜ਼ਾਈਗੋਟ ਵਿੱਚ। ਮੇਲ ਤੋਂ ਆਇਆ, ਫੀਮੇਲ ਤੋਂ ਆਇਆ, एक तो कैपिटल टी आया, एक तो स्मॉल टी आया, तो फिर वो किह जा बनया जिहड़ा ज़ाइगोट बनेगा जब दोनों फ्यूज कर देंगे उन्होंने आपां की कहने ज़ाइगोट कहने आ। ते जिहड़ा ज़ाइगोट बनेगा वो किहड़ा ज़ाइगोट बनया, वो बनया हेटेरोज़ाइगोट। क्यों? क्योंकि अंदर विच डिफरेंट अलील्स ने। डिफरेंट अलील्स होने की वजह नाल
टू कंट्रास्टिंग फैक्टर्स ऑफ कैरेक्टर्स होने की वजह नाल आपां इहनूं की कहांगे हेटेरोजाइगस हेटेरोजाइगोट तां तुहाडा आंसर की आएगा हेटेरोजाइगोट ठीक है या फिर आप एस जो तुहानूं पार्टिकुलरली पूछा गया कि एस कंडीशन नूं की कहांगे तां उदों आपां कहांगे हेटेरोजाइगस कंडीशन की कहांगे हेटेरोजाइगस कंडीशन आई थिंक आई एम वेरी क्लियर टिल हियर क्वेश्चन समझ आया कि उन्होंने एक्चुअल च पूछा कि एन इंडिविजुअल एक इंडिविजुअल बारे पूछा ठीक है जे आपां नूं पुछदे कि होमोलोगस क्रोमोसोम दी स्पेसिफिक लोकस ते डिफरेंट फॉर्म्स प्रेजेंट ने जीन दियां ओनू आपां की कहने आ उदों आपां लील दा आंसर दिंदे पर उन्होंने की पूछा एन इंडिविजुअल विच कंटेन्स टू कंट्रास्टिंग फैक्टर्स और टू डिफरेंट जीन्स ऑफ वन अलील ते उस पर्टिकुलर इंडिविजुअल नूं है ना जो जायगोट बनता है ਆਪਾਂ ਨੂੰ ਪਤਾ ਹੀ ਹੈ ਕਿ ਮੇਲ ਤੇ ਫੀਮੇਲ ਪੈਰੈਂਟ ਦਾ ਫਿਊਜ਼ਨ ਹੁੰਦਾ ਮੈਂ ਤੁਹਾਨੂੰ ਫਾਰਮੇਸ਼ਨ ਆਫ ਗੈਮੀਟਸ ਕਰਾਇਆ ਸੀ ਤੇ ਉਹ ਕੀ ਬਣੇਗਾ ਜ਼ਾਇਗੋਟ ਬਣੇਗਾ ਤੇ ਕਿਸ ਤਰ੍ਹਾਂ ਦਾ ਜ਼ਾਇਗੋਟ ਬਣੇਗਾ ਹੈਟਰੋਜ਼ਾਇਗੋਟ ਜੇ ਇਹਦੇ ਵਿੱਚ ਆ ਵੀ ਕੈਪੀਟਲ ਟੀ ਹੁੰਦਾ ਫਿਰ ਆਪਾਂ ਕਹਿ ਦਿੰਦੇ ਕਿ ਦੋਨਾਂ ਤੋਂ ਸੇਮ ਹੀ ਆਇਆ ਤਾਂ ਉਹਨੂੰ ਆਪਾਂ ਹੋਮੋਜ਼ਾਇਗੋਟ ਕਹਿ ਦਿੰਦੇ आई थिंक आई एम वेरी क्लियर टिल हियर लेट्स मूव टू द नेक्स्ट क्वेश्चन है अपना नेक्स्ट क्वेश्चन है कि जीन कंप्लीमेंट ऑफ एन इंडिविजुअल इज कॉल्ड एक इंडिविजुअल दे जीन कॉम्प्लीमेंट ਨੂੰ ਕੀ ਕਵਾਂਗੇ ਇੱਕ ਜੇ ਇੱਕ ਪਰਸਨ ਹੈ ਜਾਂ ਇੱਕ ਇੰਡੀਵਿਜੂਅਲ ਹੈ ਉਹਦੇ ਜੀਨ ਕੰਪਲੀਮੈਂਟ ਨੂੰ ਜਾਂ ਜੈਨੇਟਿਕ ਕਨਸਟੀਟਿਊਸ਼ਨ ਨੂੰ ਆਪਾਂ ਕੀ ਕਵਾਂਗੇ ਜੀਨੋਟਾਈਪ ਜੇ ਆਪਾਂ ਗੱਲ ਕਰੀਏ ਕਿ ਆਪਾਂ ਸਾਰੇ ਹਿਊਮਨ ਦੇ ਜਿੰਨੇ ਵੀ ਹਿਊਮਨ ਨੇ ਉਹਨਾਂ ਦੀ ਜੀਨ ਬਾਰੇ ਡਿਸਕਸ ਕਰੀਏ ਉਹਨਾਂ ਦੀ ਜੀਨਸ ਤੇ ਸਾਰਾ ਆਪਾਂ ਜੀਨ ਜੈਨੇਟਿਕ ਕਨਸਟੀਟਿਊਸ਼ਨ ਬਾਰੇ ਡਿਸਕਸ ਕਰੀਏ ਉਹਨੂੰ ਆਪਾਂ ਕੀ ਕਵਾਂਗੇ ਉਹਨੂੰ ਆਪਾਂ ਕਵਾਂਗੇ ਜੀਨ ਪੂਲ ਉਹਨੂੰ ਕੀ ਕਵਾਂਗੇ ਜੀਨ ਪੂਲ ਠੀਕ ਹੈ ਇਹਦੇ ਵਿੱਚ ਆਪਾਂ ਕੀ ਡਿਸਕਸ ਕਰਦੇ ਆ ਪੂਰੀ ਹਿਊਮਨ ਦੀ ਜਨਰੇਸ਼ਨ ਜਦੋਂ ਆਪਾਂ ਇੱਕ ਪਰਸਨ ਦੇ ਜੀਨ ਕੰਪਲੀਮੈਂਟ ਦੀ ਗੱਲ ਕਰਦੇ ਆ ਜੀਨ ਕੰਪਲੀਮੈਂਟ ਦੀ ਜਿਵੇਂ ਆ ਕੈਪੀਟਲ ਟੀ ਸਮਾਲ ਟੀ ਹੈ ਇੱਕ ਜੀਨ ਕੰਪਲੀਮੈਂਟ ਹੈ ਇਹਨੂੰ ਆਪਾਂ ਕੀ ਕਵਾਂਗੇ जीनोटाइप फिनोटाइप की है कि किस तरह ਦਾ ਫਿਜ਼ੀਕਲ ਐਕਸਪ੍ਰੈਸ਼ਨ ਆਏਗਾ ਜਾਂ ਫਿਜ਼ੀਕਲ ਅਪੀਅਰੈਂਸ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਫਿਨੋਟਾਈਪ which is expressed ਠੀਕ ਹੈ ਜੀਨੋਟਾਈਪ ਹੈ ਜਿਹੜਾ ਉਹ ਡਿਫਾਈਨ ਕਰਦਾ ਹੈ ਕਿ ਫਿਨੋਟਾਈਪ ਕਿਵੇਂ ਦਾ ਹੋਏਗਾ ਜਿਵੇਂ ਆਪਾਂ ਗੱਲ ਕਰਨੇ ਕੈਪੀਟਲ ਟੀ ਦੀ ਕੈਪੀਟਲ ਟੀ ਸਮਾਲ ਟੀ ਦੀ ਤੇ ਸਮਾਲ ਟੀ ਦੀ ਆਪਾਂ ਨੂੰ ਪਤਾ ਹੈ ਕਿ ਜਦੋਂ ਆਹ ਵਾਲਾ ਜੀਨੋਟਾਈਪ ਹੋਏਗਾ ਤਾਂ ਪਲਾਂਟ ਡਵਾਰਫ ਬਣੇਗਾ ਇਹਨਾਂ ਦੋਨਾਂ ਕੇਸ ਵਿੱਚ ਪਲਾਂਟ ਕਿਵੇਂ ਦਾ ਬਣੇਗਾ ਪਲਾਂਟ ਟਾਲ ਬਣੇਗਾ ਮਤਲਬ ਕਿੰਨੇ ਡਿਸਾਈਡ ਕੀਤਾ ਜੀਨੋਟਾਈਪ ਕਿਵੇਂ ਦਾ ਹੋਏਗਾ ਔਰ ਫਿਨੋਟਾਈਪ ਕਿਵੇਂ ਦਾ ਹੋਏਗਾ ਟਾਲ ਵਿਖੇਗਾ ਜਾਂ ਡਵਾਰਫ ਵਿਖੇਗਾ ਕਿਵੇਂ ਦੀਆਂ ਜੀਨਸ ਆਈ ਤਾਂ ਮਤਲਬ ਉਹ ਕੌਣ ਕੰਟਰੋਲ ਕਰਦਾ ਹੈ ਜੀਨੋਟਾਈਪ ਕੰਟਰੋਲ ਕਰਦਾ ਹੈ आई थिंक आई एम वेरी क्लियर अलील ਦੀ ਆਪਾਂ ਡੈਫੀਨੇਸ਼ਨ ਕਰ ਹੀ ਚੁੱਕੇ ਆ ਵਾਰੀ ਤੇ ਮੈਂ ਤੁਹਾਨੂੰ ਸਮਝਾ ਚੁੱਕੀ ਆ ਤਾਂ ਅਲੀਲ ਟਰਮ ਕਿਹਨੇ ਦਿੱਤੀ ਸੀ ਬੈਟਸਨ ਨੇ ਲੈਟਸ ਮੂਵ ਟੂ ਦ ਨੈਕਸਟ ਕੁਐਸਚਨ Punnett square is a graphical representation to calculate the probability of all possible dash all possible ਕੀ ਹੁੰਦਾ ਹੈ ਆਪਾਂ ਕੀ ਕਰਨਾ ਹੁੰਦਾ ਹੈ ਜੀਨੋਟਾਈਪਸ ਵੇਖਣੇ ਹੁੰਦੇ ਨੇ of dash in the genetic cross of ਆਪਾਂ ਕੀ ਲੈਣੇ ਆ ਜਿਹੜੀ ਸਾਰੀ ਆਫਸਪ੍ਰਿੰਗ ਹੁੰਦੀ ਹੈ ਆਫਸਪ੍ਰਿੰਗ ਜਾਂ ਪ੍ਰੋਜੈਨੀ ਠੀਕ ਹੈ ਤੇ ਆਪਣਾ ਫਿਰ ਆਪਸ਼ਨ ਨੰਬਰ ਡੀ ਸਹੀ ਹੋ ਜਾਏਗਾ ਮੰਨ ਲਓ ਆਪਾਂ ਆ ਲਿੱਤਾ ਮੇਲ ਪੇਰੈਂਟ है ना एक मेल पेरेंट लेता है एक फीमेल पेरेंट लेता ठीक है एंड द जीनोटाइप ਆਪਾਂ ਮਟਰ ਦੀ ਐਗਜ਼ਾਮਪਲ ਲਿੱਤੀ ਪੀ ਪਲਾਂਟ ਦੀ ਐਗਜ਼ਾਮਪਲ ਲਿੱਤੀ ਹੈ ਨਾ ਇਹਦੇ ਵਿੱਚ ਆਪਾਂ ਲਿੱਤਾ ਪਿਓਰ ਟਾਲ ਇਹਦੇ ਵਿੱਚ ਲਿੱਤਾ ਆਪਾਂ ਪਿਓਰ ਡਵਾਰਫ ਇਹਨਾਂ ਦੋਵਾਂ ਦਾ ਆਪਾਂ ਕ੍ਰੋਸ ਕਰਾਇਆ ਆਪਾਂ ਕੀ ਕਰ ਸਕਦੇ ਆ ਇੱਥੇ ਆਪਾਂ ਕੀ ਕਰ ਸਕਦੇ ਆ ਸਾਰੇ ਗੈਮੀਟਸ ਲਿਖ ਸਕਦੇ ਆ ਇੱਕ ਸਾਈਡ ਤੇ ਮੇਲ ਦੇ ਗੈਮੀਟਸ ਲਿਖੇ ਇੱਕ ਸਾਈਡ ਤੇ ਫੀਮੇਲ ਦੇ ਗੈਮੀਟਸ ਲਿਖੇ ਇਹ ਗੈਮੀਟਸ ਹੁਣ ਜਿਹੜੇ ਬਣਾਣਗੇ ਆ ਚੈੱਕਰ ਬੋਰਡ ਹੈ ਆਪਾਂ ਕੈਪੀਟਲ ਟੀ ਸਮਾਲ ਟੀ ਕੈਪੀਟਲ ਟੀ ਸਮਾਲ ਟੀ ਕੈਪੀਟਲ ਟੀ ਸਮਾਲ ਟੀ ਕੈਪੀਟਲ ਟੀ ਸਮਾਲ ਟੀ ਲਿਖਾਂਗੇ ਆ ਜਿਹੜੀ ਆਪਾਂ ਚੀਜ਼ ਲਿਖੀ ਹੈ ਇਹਨੂੰ ਆਪਾਂ ਕੀ ਕਰਨੇ ਆ ਜੀਨੋਟਾਈਪ ਇਹਨੂੰ ਆਪਾਂ ਕੀ ਕਰਨੇ ਆ ਜੀਨੋਟਾਈਪ ਤਾਂ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਸਾਰਿਆਂ ਦੀ ਜੀਨੋਟਾਈਪ ਕੀ ਹੈ ਕੈਪੀਟਲ ਟੀ ਸਮਾਲ ਟੀ ਇਹ ਹੋ ਗਿਆ ਆਪਣਾ ਪੁਨੇਟ ਸਕੁਅਰ ਤੇ ਇਹ ਜੀਨੋਟਾਈਪ ਕਿੰਦਾ ਹੈ ਜਿਹੜੇ ਮੇਲ ਪੇਰੈਂਟ ਨੇ ਮੇਟਿੰਗ ਕੀਤੀ ਫੀਮੇਲ ਪੇਰੈਂਟ ਨਾਲ ਮੇਟਿੰਗ ਤੋਂ ਬਾਅਦ ਜਿਹੜੀ ਚੀਜ਼ ਬਣੇਗੀ ਉਹਨੂੰ ਆਪਾਂ ਕੀ ਕਰਨੇ ਆ ऑफस्प्रिंग या प्रोजेनी ठीक है तो अपना की आंसर आएगा जीनोटाइप एंड ऑफस्प्रिंग द पुनेट स्क्वायर वाज गिवन बाय आरसी प्यूनेट ने पुनेट स्क्वायर दिता सी तां करके इहदा नाम पुनेट स्क्वायर है जिन्ने विच आपां की दस सकने आ प्रोबेबिलिटी की केड़ा ऑफस्प्रिंग किस तरह दे जीनोटाइप दा ऑफस्प्रिंग बनेगा तां ही जदों F1 जनरेशन विच कैपिटल T आंदा है तां आपां कोई रेशियो नहीं निकलदे लिख दे की आंसर आंदा हुंदा ऑल टॉल बनते हैं ठीक है की बनता है ऑल टॉल बनता है जीनोटाइप ते फिनोटाइप भी ऑल टॉल ठीक है विच ऑफ द फॉलोइंग स्टेटमेंट इज ट्रू
ਜਿਹੜਾ ਜੀਨੋਟਾਈਪ ਹੈ ਕਿ ਉਹ এনवायरमेंट ਨਾਲ ਅਫੈਕਟ ਹੁੰਦਾ ਹੈ। ਸਟੇਟਮੈਂਟ ਨੰਬਰ 1, जीनोटाइप सेट्स बाउंड्रीज फॉर फिनोटाइप्स टू एक्सप्रेस। ये तो मैं ਤੁਹਾਨੂੰ ਹੁਣੇ ਹੀ ਦੱਸਿਆ, ਜੇ कैपिटल T आएगा या कैपिटल T स्मॉल t आएगा ਤਾਂ ਹੀ टॉल बनेगा, जे स्मॉल t आएगा ਤਾਂ ਆਪਣੇ ਕੋਲ ਡਵਾਰਫ ਬਣੇਗਾ। मतलब कि किदां ਦੇ जीन्स प्रेजेंट ने की जेनेटिक कॉन्स्टिट्यूशन है ਉਹਦੇ ਨਾਲ ਬਾਉਂਡਰੀਜ਼ ਸੈੱਟ ਹੁੰਦੀਆਂ ਨੇ ਨਾ ਕਿ ਫੀਨੋਟਾਈਪ ਕਿਵੇਂ ਦਾ ਆਏਗਾ, ਟਾਲ ਬਣੇਗਾ, ਡਵਾਰਫ ਬਣੇਗਾ। ਤੇ ਆ ਸਟੇਟਮੈਂਟ ਤਾਂ ਆਪਣੀ ਟਰੂ ਹੋਗੀ। ਫੀਨੋਟਾਈਪ ਕੈਨ ਚੇਂਜ ਵਿਦ এনवायरमेंट। ਹੁਣ ਤੁਸੀਂ ਐਂ ਕਰੋ, ਤੁਸੀਂ ਵੈਸੇ ਤੁਹਾਡਾ ਕੰਪਲੈਕਸ਼ਨ ਫੇਅਰ ਹੈ ਹਨਾ, ਤੁਸੀਂ ਡੇਲੀ 2 ਵਜੇ ਧੁੱਪ ਵਿੱਚ ਬੈਠਣਾ ਸ਼ੁਰੂ ਕਰ ਦਿਓ ਹਨਾ। 2 ਵਜੇ ਤੁਸੀਂ ਧੁੱਪ ਵਿੱਚ ਬੈਠਣਾ ਸ਼ੁਰੂ ਕੀਤਾ, ਹੌਲੀ ਹੌਲੀ ਤੁਹਾਡੀ ਜਿਹੜੀ ਸਕਿਨ ਹੈ ਉਹਦੇ ਵਿੱਚ ਮੈਲੈਨਿਨ ਥੋੜਾ ਜਿਹਾ ਜ਼ਿਆਦਾ ਪ੍ਰੋਡਿਊਸ ਹੋਣ ਲੱਗ ਪਏਗਾ, ਥੋੜਾ ਥੋੜਾ ਤੁਹਾਡੇ ਕੰਪਲੈਕਸ਼ਨ ਦਾ ਫਰਕ ਪੈ ਸਕਦਾ ਹੈ ਹਨਾ। ਜਾਂ ਫਿਰ ਜਿਵੇਂ ਆਪਾਂ ਗੱਲ ਕਰਨੇ ਆਪਣਾ ਵੇ ਆਫ ਸਪੀਕਿੰਗ ਵੀ ਚੇਂਜ ਹੁੰਦਾ এনवायरमेंट ਨਾਲ। ਤੇ ਜਿਹੜੀ ਵੀ ਆਪਣੀ ਚੀਜ਼ਾਂ ਨੇ, ਇੱਕ ਜਿਹੜਾ ਹਿਊਮਨ ਹੈ ਨਾ ਉਹ ਦੋ ਚੀਜ਼ਾਂ ਤੋਂ ਇਫੈਕਟ ਹੁੰਦਾ। ਤੁਸੀਂ ਬੀਐਡ ਦੇ ਸਟੂਡੈਂਟ ਹੋ, ਤੁਸੀਂ ਆ ਚੀਜ਼ ਪੜ੍ਹੀ ਹੋਏਗੀ ਕਿ ਇੱਕ ਤਾਂ ਹੈਰੀਡਿਟੀ ਨਾਲ ਇਫੈਕਟ ਹੁੰਦਾ ਹੈ, ਇੱਕ এনवायरमेंट ਨਾਲ ਇਫੈਕਟ ਹੁੰਦਾ ਹੈ। ਬਟ ਜਦੋਂ ਤੁਸੀਂ এনवायरमेंट ਵਿੱਚ ਹੁੰਦੇ ਹੋ ਕਿ ਤੁਹਾਡੀ ਬੋਡੀ ਵਿੱਚ ਕੋਈ ਐਵੇਂ ਦਾ ਜੈਨੇਟਿਕ ਕਨਸਟੀਟਿਊਸ਼ਨ ਤਾਂ ਨਹੀਂ ਚੇਂਜ ਹੁੰਦਾ, ਜੀਨੋਟਾਈਪ ਤਾਂ ਨਹੀਂ ਚੇਂਜ ਹੁੰਦਾ ਹਨਾ, ਤੁਹਾਡਾ ਵੇ ਆਫ ਟਾਕਿੰਗ ਚੇਂਜ ਹੋ ਜਾਂਦਾ ਹੈ, ਚੱਲਣ ਦਾ ਤਰੀਕਾ ਚੇਂਜ ਹੋ ਜਾਂਦਾ ਹੈ, ਜਾਂ ਫਿਰ ਹੋਰ ਚੀਜ਼ਾਂ ਹੋ ਸਕਦੀਆਂ, ਧੁੱਪੇ ਜਾਣਾ ਤਾਂ ਕੰਪਲੈਕਸ਼ਨ ਚੇਂਜ ਹੋ ਸਕਦਾ ਹੈ। ਪਰ ਆ ਤਾਂ ਨਹੀਂ ਹੈ ਕਿ ਤੁਹਾਡਾ ਜੀਨੋਟਾਈਪ ਹੀ ਚੇਂਜ ਹੋ ਜਾਏਗਾ। ਤਾਂ ਜਦੋਂ ਤੁਹਾਨੂੰ ਕਿਹਾ ਜਾਂਦਾ ਕਿ ਜੀਨੋਟਾਈਪ ਇਜ਼ ਇਫੈਕਟਡ ਬਾਈ এনवायरमेंट ਤੇ ਇਹ ਸਟੇਟਮੈਂਟ ਕੀ ਹੋ ਜਾਏਗੀ, ਗਲਤ ਹੋ ਜਾਏਗੀ। ਚੇਂਜ ਕੀ ਹੁੰਦਾ ਹੈ, ਤੁਹਾਡੀ ਫਿਜ਼ੀਕਲ ਅਪੀਅਰੈਂਸ ਚੇਂਜ ਹੋਏਗੀ, ਜਿਹੜੇ ਵਿਖਣ ਵਾਲੇ ਕਰੈਕਟਰਸ ਨੇ ਉਹ ਚੇਂਜ ਹੋਣਗੇ, ਤਾਂ ਕੀ ਹੋਏਗਾ, ਫੀਨੋਟਾਈਪ ਕੈਨ ਚੇਂਜ ਵਿਦ এনवायरमेंट ਹਨਾ। ਤਾਂ ਸੀਡੀਬੀ ਤੁਸੀਂ ਪੜ੍ਹੀ ਹੋਈ ਹੈ, ਤਾਂ ਸਾਰੇ ਬੱਚਿਆਂ ਨੂੰ ਆ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਹਿਊਮਨ ਹੈ ਉਹ ਦੋ ਚੀਜ਼ਾਂ ਨਾਲ ਇਫੈਕਟ ਹੁੰਦਾ ਹੈ, ਇੱਕ ਹੈਰੀਡਿਟੀ ਨਾਲ ਤੇ ਇੱਕ এনवायरमेंट ਨਾਲ। ਠੀਕ ਹੈ, ਆਪਣੇ ਕੁਝ ਟ੍ਰੇਟਸ ਅਕਵਾਇਰਡ ਵੀ ਹੁੰਦੇ ਨੇ ਨਾ, ਜਿਵੇਂ ਆਪਾਂ ਨੂੰ ਜਦੋਂ ਪੈਦਾ ਹੋਏ ਸੀ ਉਦੋਂ ਥੋੜੀ ਨਾ ਸਾਰੀ ਮੈਥਸ ਆਉਂਦੀ ਸੀ ਹਨਾ। ਮੰਨ ਲਓ ਹੁਣ ਆਪਾਂ ਨੂੰ ਮੈਥ ਪਸੰਦ ਆਉਣ ਲੱਗ ਪਈ, ਕੈਲਕੂਲੇਸ਼ਨ ਪਸੰਦ ਆਉਣ ਲੱਗ ਪਈ, ਆਪਣੀ ਕੈਲਕੂਲੇਸ਼ਨ ਫਾਸਟ ਹੋ ਗਈ, ਤਾਂ ਉਹ ਕੀ ਹੋਏਗਾ ਕਿ ਆਪਾਂ ਟ੍ਰੇਟ ਨੂੰ ਕੀ ਕੀਤਾ, ਐਕਵਾਇਰ ਕੀਤਾ। ਉਹ ਆਪਾਂ ਨੂੰ ਹੈਰੀਡਿਟੀ ਚੋਂ ਤਾਂ ਨਹੀਂ ਮਿਲਿਆ ਨਾ, ਉਹ ਆਪਾਂ ਐਕਵਾਇਰ ਕੀਤਾ। ਕੁਝ ਚੀਜ਼ਾਂ ਆਪਾਂ ਪ੍ਰੈਕਟਿਸ ਨਾਲ ਵੀ ਐਕਵਾਇਰ ਕਰ ਸਕਦੇ ਹਾਂ। ਇਹ ਹੁੰਦਾ ਕਿ ਮੰਨ ਲਓ ਤੁਸੀਂ ਬਹੁਤ ਵਧੀਆ ਨਾ ਹੋ, ਪਰ ਕੁਝ ਚੀਜ਼ਾਂ ਆਪਾਂ ਕੀ ਕਰ ਸਕਦੇ ਹਾਂ, ਐਕਵਾਇਰ ਕਰ ਸਕਦੇ ਹਾਂ। ਜਿਵੇਂ ਮੰਨ ਲਓ ਤੁਸੀਂ ਰੋਜ਼ ਸਿੰਗਿੰਗ ਦੀ ਪ੍ਰੈਕਟਿਸ ਕਰਦੇ ਰਹੋ ਤੇ ਤੁਹਾਡੇ ਕੀ ਹੋਏਗੀ, ਇੰਪਰੂਵਮੈਂਟ ਤਾਂ ਹੋਏਗੀ ਨਾ ਸਿੰਗਿੰਗ ਵਿੱਚ। ਕੁਝ ਤਾਂ ਇਹ ਨਹੀਂ ਹੋਏਗਾ ਕਿ ਤੁਸੀਂ ਅਰਿਜੀਤ ਸਿੰਘ ਹੀ ਬਣ ਜਾਓਗੇ, ਬਟ ਕੁਝ ਨਾ ਕੁਝ ਇੰਪਰੂਵਮੈਂਟ ਹੋਏਗੀ, ਤਾਂ ਉਹ ਆਪਾਂ ਐਕਵਾਇਰ ਕਰ ਸਕਦੇ ਹਾਂ, ਆਲਟਰ ਕਰ ਸਕਦੇ ਹਾਂ ਆਪਣੇ এনवायरमेंट ਤੋਂ। ਜਾਂ ਜਿਵੇਂ ਤੁਸੀਂ ਸੀਡੀਪੀ 'ਚ ਚੀਜ਼ ਪੜ੍ਹੀ ਹੋਏਗੀ ਕਿ ਜਿਹੜਾ ਬੱਚਾ ਬਚਪਨ ਤੋਂ ਜਿਹੜੀ ਲੈਂਗੁਏਜ ਸੁਣਦਾ ਆਉਂਦਾ ਹੈ, ਉਹਵੇਂ ਦੀ ਲੈਂਗੁਏਜ ਕੀ ਹੋ ਜਾਂਦੀ ਹੈ, ਉਹਦੇ ਵਿੱਚ ਉਹਨੂੰ ਸਿੱਖਣੀ ਨਹੀਂ ਪੈਂਦੀ ਉਹ ਵਾਲੀ ਲੈਂਗੁਏਜ ਹਨਾ, ਬਟ ਬਾਅਦ ਚੋਂ ਦੂਸਰੀ ਲੈਂਗੁਏਜ ਉਹ ਸਿੱਖ ਸਕਦਾ ਹੈ ਹਨਾ। ਆਪਾਂ ਐਕਵਾਇਰ ਵੀ ਕਰ ਸਕਦੇ ਹਾਂ ਲੈਂਗੁਏਜ। ਤੇ ਨਾਰਮਲੀ ਆਪਣੇ ਬ੍ਰੇਨ ਵਿੱਚ ਕੀ ਹੁੰਦਾ ਹੈ ਕਿ ਨਾਰਮਲੀ ਜੋ ਆਪਣੇ এনवायरमेंट ਵਿੱਚ ਹੁੰਦਾ, ਤਾਂ ਛੋਟੇ ਬੱਚੇ ਕੀ ਕਰਦੇ ਨੇ, ਜਿਵੇਂ ਮੰਨ ਲਓ ਆਪਾਂ ਪੰਜਾਬੀ 'ਚ ਗੱਲ ਕਰਨੀ ਹੈ ਤੇ ਆਪਣੇ ਘਰ ਵਿੱਚ ਸਾਰਿਆਂ ਨੂੰ ਪੰਜਾਬੀ ਆਉਂਦੀ ਹੁੰਦੀ ਹੈ, ਬਟ ਤੁਹਾਨੂੰ ਇੰਗਲਿਸ਼ ਵਿੱਚ ਕੀ ਹੋਏਗੀ, ਡਿਫਿਕਲਟੀ ਹੋਏਗੀ ਇੰਗਲਿਸ਼ ਬੋਲਣ ਵਿੱਚ। ਤੇ ਇਹ ਵਾਲੀ ਜਿਹੜੀ ਸਾਰੀ, ਪਰ ਇਹ ਤਾਂ ਨਹੀਂ ਹੈ ਕਿ ਤੁਸੀਂ ਇੰਗਲਿਸ਼ ਸਿੱਖ ਨਹੀਂ ਸਕਦੇ, ਇੰਗਲਿਸ਼ ਸਿੱਖ ਸਕਦੇ ਹੋ ਜੇ ਤੁਹਾਡਾ এনवायरमेंट ਤੁਹਾਨੂੰ ਬਚਪਨ ਤੋਂ ਆ ਦਿੱਤਾ ਜਾਏ ਕਿ ਜਿੱਥੇ ਇੰਗਲਿਸ਼ ਵਿੱਚ ਗੱਲ ਕਰਨੀ ਹੁੰਦੀ ਹੈ ਤਾਂ ਤੁਸੀਂ ਇੰਗਲਿਸ਼ ਹੀ ਬੋਲੋਗੇ। ਠੀਕ ਹੈ, ਤਾਂ ਉਹ ਉਸ ਤਰ੍ਹਾਂ ਦੇ ਜਿਹੜੇ ਟ੍ਰੇਟ ਹੁੰਦੇ ਨੇ, ਮਤਲਬ ਕਿ ਇੱਕ ਪਰਸਨ ਕਿੰਨੇ ਰਾਹੀਂ ਦੋ ਚੀਜ਼ਾਂ ਰਾਹੀਂ ਚੱਲਦਾ ਹੈ, ਦੋ ਚੀਜ਼ਾਂ ਨਾਲ ਇਫੈਕਟ ਪੈਂਦਾ, ਇੱਕ ਤਾਂ ਹੈਰੀਡਿਟੀ ਕੀ ਹੈ, ਇੱਕ এনवायरमेंट ਕੀ ਹੈ। ਤੇ ਜਿਹੜੇ ਤੁਹਾਡੇ ਫਿਜ਼ੀਕਲ ਟ੍ਰੇਟਸ ਨੇ ਉਹ ਥੋੜੇ ਜਿਹੇ ਚੇਂਜ ਹੋ ਸਕਦੇ ਨੇ এনवायरमेंट ਨਾਲ, ਪਰ ਤੁਹਾਡਾ ਜੀਨੋਟਾਈਪ ਨਹੀਂ ਚੇਂਜ ਹੋ ਸਕਦਾ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਜੀਨੋਟਾਈਪ ਇਜ਼ ਨॉट ਅਫੈਕਟਡ ਬਾय এনवायरमेंट। ਤਾਂ ਫਿਰ ਆਪਣਾ ਆਨਸਰ ਕੀ ਹੋਏਗਾ, ਆਨਸਰ ਆਪਣਾ ਆ ਜਾਏਗਾ both 2 and 3। ਜਿਹੜਾ ਜੀਨੋਟਾਈਪ ਹੈ ਉਹ ਸੈੱਟ ਕਰਦਾ ਹੈ ਬਾਉਂਡਰੀਜ਼ ਕਿ ਫੀਨੋਟਾਈਪ ਕਿਸ ਤਰ੍ਹਾਂ ਦਾ ਐਕਸਪ੍ਰੈਸ ਹੋਏਗਾ, ਤੇ ਫੀਨੋਟਾਈਪ ਹੈ ਜਿਹੜਾ ਉਹ ਥੋੜਾ ਜਿਹਾ ਚੇਂਜ ਵੀ ਹੋ ਸਕਦਾ ਹੈ এনवायरमेंट ਦੇ ਨਾਲ। ਠੀਕ ਹੈ, ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। Removal of stamens from bisexual flowers in order to prevent pollination। ਜੇ ਮੰਨ ਲਓ ਹੁਣ ਜਿਹੜਾ ਪੀ ਪਲਾਂਟ ਹੈ ਹਨਾ, ਪੀ ਪਲਾਂਟ ਕੀ ਹੈ, ਬਾਈਸੈਕਸ਼ੂਅਲ ਹੈ। ਬਾਈਸੈਕਸ਼ੂਅਲ ਦਾ ਕੀ ਮਤਲਬ ਹੋਇਆ ਕਿ ਜਿਹੜੇ ਮੇਲ ਪੇਰੈਂਟ ਹੈ ਤੇ ਫੀਮੇਲ ਪੇਰੈਂਟ ਹੈ ਦੋਨੋਂ ਹੀ ਉਹਦੇ ਤੇ ਪ੍ਰੈਜ਼ੈਂਟ ਹੈ ਹਨਾ, ਮੇਲ ਤੇ ਫੀਮੇਲ ਉਸ ਪਲਾਂਟ ਵਿੱਚ ਦੋਨੋਂ ਪ੍ਰੈਜ਼ੈਂਟ ਹੈ। ਹੁਣ ਇਹ ਸੈਲਫ ਪੋਲੀਨੇਸ਼ਨ ਵੀ ਕਰ ਸਕਦੇ ਹੈ ਹਨਾ, ਸੈਲਫ ਪੋਲੀਨੇਸ਼ਨ ਵੀ ਕਰ ਸਕਦੇ, ਬਟ ਆਪਾਂ ਕੀ ਕਰਨਾ, ਸੈਲਫ ਪੋਲੀਨੇਸ਼ਨ ਨੂੰ ਪ੍ਰੀਵੈਂਟ ਕਰਨਾ ਹੈ। ਤੇ ਜਦੋਂ ਆਪਾਂ ਸੈਲਫ ਪੋਲੀਨੇਸ਼ਨ ਨੂੰ ਪ੍ਰੀਵੈਂਟ ਕਰਨਾ ਹੈ ਨਾ, ਤਾਂ ਆਪਾਂ ਕੀ ਕਰ ਦਿੰਦੇ ਆ, ਰਿਮੂਵ ਕਰ ਦਿੰਦੇ ਆ ਸਟੇਮਨ ਨੂੰ। ਤੇ ਸਟੇਮਨ ਕੀ ਹੈ, ਮੇਲ ਪਾਰਟ ਹੈ। ਠੀਕ ਹੈ, ਸਟੇਮਨ ਨੂੰ ਆਪਾਂ ਕੀ ਕਰ ਦਿੰਦੇ ਆ, ਰਿਮੂਵ ਕਰ ਦਿੰਦੇ ਆ। ਤੇ ਜਦੋਂ ਆਪਾਂ ਸਟੇਮਨ ਨੂੰ ਰਿਮੂਵ ਕਰ ਦਿੰਦੇ ਆ ਹਨਾ, ਜਦੋਂ ਆਪਾਂ ਸਟੇਮਨ ਨੂੰ ਰਿਮੂਵ ਕਰ ਦਿੰਦੇ ਆ
ਤੇ ਆਪਾਂ ਆਪਦੀ ਮਰਜ਼ੀ ਦਾ ਜਿਹੜਾ ਮੇਲ ਪਲਾਂਟ ਆਂਦਾ ਉਹਦੇ ਨਾਲ ਕੀ ਕਰ ਦਿੰਦੇ ਆ, ਫੀਮੇਲ ਦਾ ਕ੍ਰੋਸ ਕਰ ਦਿੰਦੇ ਆ। ਤਾਂ ਫਿਰ ਆਪਾਂ ਕੀ ਕਰ ਸਕਦੇ ਆ, ਰਿਜ਼ਲਟ ਵਿੱਚ ਕ੍ਰੋਸ ਪੋਲੀਨੇਸ਼ਨ ਕਰ ਸਕਦੇ ਆ। ਠੀਕ ਹੈ, ਆਪਾਂ ਕੀ ਕਰ ਸਕਦੇ ਆ, ਕ੍ਰੋਸ ਪੋਲੀਨੇਸ਼ਨ ਕਰ ਸਕਦੇ ਆ। ਤੇ ਇਸ ਰਿਮੂਵਲ ਨੂੰ from a stamen of removal of stamen from a bisexual flower कि self pollination ना हो सके उन्होंने ਆਪਾਂ ਕੀ ਕਹਿੰਦੇ ਆ, emasculation। so option number 1 is the correct option। ਤੇ ਬੈਗਿੰਗ ਕਿਵੇਂ ਕਰਦੇ ਆ, ਮੰਨ ਲਓ ਹੁਣ ਆਪਾਂ ਜਿਹੜੇ ਪਲਾਂਟ ਨਾਲ ਹੁਣ ਆਪਾਂ ਮੇਲ ਪਾਰਟ ਤਾਂ ਰਿਮੂਵ ਕਰਤਾ, ਇਹੀ ਸੀ ਨਾ ਮੈਂਡਲ ਦੀ ਟੈਕਨੀਕ ਹੀ ਬੇਸਿਕਲੀ ਡਿਸਕਸ ਹੋ ਰਹੀ ਹੈ। ਉਹਨਾਂ ਨੇ ਕੀ ਕੀਤਾ, ਪਾਰਟਿਕੂਲਰ ਪਲਾਂਟ ਦਾ ਉਹਨਾਂ ਨੇ ਸਟੇਮਨ ਰਿਮੂਵ ਕਰਤਾ, ਉਸ ਤੋਂ ਬਾਅਦ ਬਚਿਆ ਫੀਮੇਲ ਪਲਾਂਟ ਉਸ ਪਾਰਟ ਦਾ, ਹਨਾ। ਹੁਣ ਫੀਮੇਲ ਪਲਾਂਟ ਨੂੰ ਉਹਨਾਂ ਨੇ ਕੀ ਕਰਿਆ, ਬੈਗ ਕਰਕੇ ਰੱਖਤਾ, ਮਤਲਬ ਉਹਨੂੰ ਕਵਰ ਕਰਕੇ ਰੱਖਤਾ। ਉਸ ਚੀਜ਼ ਨੂੰ ਕਵਰ ਕਰਨ ਨੂੰ ਆਪਾਂ ਕੀ ਕਹਿੰਦੇ ਆ, ਬੈਗਿੰਗ। ਕਵਰ ਕਰਨ ਨੂੰ ਆਪਾਂ ਕੀ ਕਹਿੰਦੇ ਆ, ਬੈਗਿੰਗ। ਕਿ ਜਦੋਂ ਵੀ ਉਹ ਆਪਦੀ ਮਰਜ਼ੀ ਦੀ ਟਰੂ ਬਰੀਡਿੰਗ ਲਾਈਨ ਪ੍ਰੋਡਿਊਸ ਕਰਨਾ ਚਾਹਣ, ਉਹ ਆਪਦੀ ਮਰਜ਼ੀ ਦਾ ਜਿਹੜਾ ਹੈ ਮੇਲ ਜਿਹੜਾ ਉਹਦੇ ਮੇਲ ਵਾਲਾ ਕਰੈਕਟਰ ਜਿਹੜਾ ਵੀ ਉਹ ਲੈ ਕੇ ਆਉਣਾ ਚਾਹੁੰਦੇ, ਮੰਨੋ ਟਾਲਨੈਸ ਵਾਲਾ ਲੈ ਕੇ ਜਾਣਾ ਚਾਹੁੰਦੇ ਹੈ, ਤਾਂ ਉਹ ਕੀ ਚਾਹੁੰਦੇ ਨੇ ਕਿ ਇੱਥੋਂ ਵੀ ਮੇਲ ਤੋਂ ਵੀ ਕੈਪੀਟਲ ਟੀ ਆਏ, ਉਹ ਪਿਓਰ ਟਾਲ ਬਣਾਉਣਾ ਚਾਹੁੰਦੇ ਨੇ। ਤਾਂ ਕੀ ਕਰ ਦਿੰਦੇ ਨੇ ਕਿ ਕ੍ਰੋਸ ਪੋਲੀਨੇਸ਼ਨ ਨਾਲ, ਕਿਉਂਕਿ ਪੋਲੀਨੇਸ਼ਨ ਦੇ ਤੁਹਾਨੂੰ ਪਤਾ ਕਾਫੀ ਸਾਰੇ ਮੀਨਸ ਨੇ, ਵਿੰਡ ਹੈ, 에ਅਰ ਹੈ, ਤਾਂ ਕੋਈ ਜਿਹੜਾ ਅਨਡਿਜ਼ਾਇਰਡ ਹੈ ਉਹ ਉੱਡ ਕੇ ਉਸ ਫੀਮੇਲ ਪਾਰਟ ਆਫ ਪਲਾਂਟ ਤੇ ਨਾ ਆ ਜਾਏ, ਤਾਂ ਕਰਕੇ ਕੀ ਕੀਤੀ ਜਾਂਦੀ ਹੈ, ਬੈਗਿੰਗ ਕੀਤੀ ਜਾਂਦੀ ਹੈ ਕਿ ਜਿਹੜਾ ਆਪਾਂ ਨੂੰ ਚਾਹੀਦਾ ਉਹਦੇ ਨਾਲ ਹੀ ਆਪਾਂ ਉਸੇ ਕਰੈਕਟਰ ਨਾਲ ਆਪਾਂ ਕੀ ਕਰਾਵਾਂਗੇ, ਪੋਲੀਨੇਟ ਕਰਾਵਾਂਗੇ। ਠੀਕ ਹੈ। ਦੂਸਰਾ ਹੁੰਦਾ ਟੈਗਿੰਗ। ਟੈਗਿੰਗ ਵਿੱਚ ਆ ਹੁੰਦਾ ਹੈ ਕਿ ਜਿਹੜਾ ਮੰਨ ਲਓ ਆਪਣਾ ਪਿਓਰ ਟਾਲ ਬਣ ਗਿਆ ਤੇ ਉਹਨੂੰ ਆਪਾਂ ਬਸ ਕੀ ਕਰਤਾ, ਟੈਗ ਕਰਤਾ ਕਿ ਇਹ ਪਿਓਰ ਟਾਲ ਵਾਲਾ ਬਣ ਗਿਆ। ਠੀਕ ਹੈ। I think I am very clear till here. Law of purity of gametes was explained by Mendel and proved with the help of, मैं ਤੁਹਾਨੂੰ ਉਸ ਦਿਨ ਜਿਹੜੀ ਆਪਣੀ ਜੈਨੇਟਿਕਸ ਦੀ ਡਿਟੇਲਡ ਸੀਰੀਜ਼ ਹੈ, ਜੈਨੇਟਿਕਸ ਦੀ ਡਿਟੇਲਡ ਸੀਰੀਜ਼ ਵਿੱਚ ਮੋਨੋਹਾਈਬ੍ਰਿਡ ਕ੍ਰੋਸ ਕਰਾਇਆ ਸੀ ਨਾ, ਤੇ ਉਹਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਮੈਂਡਲ ਨੇ ਇੱਕ ਤਾਂ ਕਨਕਲੂਡ ਕੀ ਕੀਤਾ, ਇੱਕ ਕਨਕਲੂਡ ਕੀਤਾ ਕਿ ਇੱਕ ਯੂਨਿਟ ਆਫ ਫੈਕਟਰਸ ਹੈ ਜਿਹੜੀ ਕੀ ਹੁੰਦੀ ਹੈ, ਪਾਸ ਔਨ ਹੁੰਦੀ ਹੈ। ਠੀਕ ਹੈ। ਤੇ ਇੱਕ ਜਿਹੜੀ ਉਹ ਯੂਨਿਟ ਆਫ ਫੈਕਟਰਸ ਹੈ, F1 ਜਨਰੇਸ਼ਨ ਤੋਂ ਉਹਨਾਂ ਨੇ ਵੇਖਿਆ ਕਿ ਇੱਕ ਹੀ ਜਿਹੜਾ ਪੇਰੈਂਟ ਹੈ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾਇਆ, ਮਤਲਬ ਟਾਲ ਵਾਲਾ ਐਕਸਪ੍ਰੈਸ ਕਰ ਪਾਇਆ। ਤਾਂ ਉਹਨਾਂ ਨੇ ਕੀ ਕੀਤਾ ਕਿ ਇੱਕ ਹੀ ਪੇਰੈਂਟ ਐਕਸਪ੍ਰੈਸ ਕਰ ਪਾਉਂਦਾ, ਉਹਨੂੰ ਦਿੱਤਾ ਲਾਅ ਆਫ ਡੋਮੀਨੈਂਸ। ਫਿਰ ਉਹਨਾਂ ਨੇ ਕੀ ਕਰਾਇਆ, F2 ਵਿੱਚ ਸੈਲਫਿੰਗ ਕਰਾਈ, ਹੈ ਨਾ, ਕੈਪੀਟਲ T ਸਮਾਲ t, ਕੈਪੀਟਲ T ਸਮਾਲ t। ਇਹਦੇ ਤੋਂ ਕੈਪੀਟਲ T ਬਣਿਆ, ਕੈਪੀਟਲ T ਸਮਾਲ t ਬਣਿਆ, 1:2:1 ਦੇ ਰੇਸ਼ੋ ਵਿੱਚ ਤੇ ਸਮਾਲ t ਬਣਿਆ। ਮਤਲਬ ਜਿਹੜਾ ਡਵਾਰਫ ਵਾਲਾ ਪਲਾਂਟ ਹੈ ਉਹ ਕੀ ਹੋਇਆ, ਰੀਅਪੀਅਰ ਹੋਇਆ। ਫਿਰ ਉਹਨਾਂ ਨੂੰ ਲੱਗਿਆ ਕਿ ਜਿਹੜੇ ਗੈਮੀਟਸ ਨੇ ਉਹ ਕੀ ਕਰਦੇ ਨੇ, ਸੈਗਰੀਗੇਟ ਕਰਦੇ ਨੇ। ਇਹ ਕੀ ਕਰਦੇ ਨੇ, ਸੈਗਰੀਗੇਟ ਕਰਦੇ ਨੇ ਜਿਹੜੀ ਅਲੀਲਸ ਨੇ ਐਟ ਦ ਟਾਈਮ ਆਫ ਗੈਮੀਟ ਫਾਰਮੇਸ਼ਨ। ਠੀਕ ਹੈ। ਗੈਮੀਟ ਫਾਰਮੇਸ਼ਨ ਵਿੱਚ ਕੀ ਕਰਦੇ ਨੇ, ਸੈਗਰੀਗੇਟ ਕਰਦੇ ਨੇ। ਐਟ ਦ ਟਾਈਮ ਆਫ ਗੈਮੀਟ ਫਾਰਮੇਸ਼ਨ ਕੀ ਹੁੰਦਾ ਹੈ, ਸੈਗਰੀਗੇਸ਼ਨ ਹੁੰਦੀ ਹੈ। ਤੇ ਜਿਹੜੇ ਗੈਮੀਟਸ ਨੇ ਉਹ ਪਿਓਰਲੀ ਟ੍ਰਾਂਸਫਰ ਹੁੰਦੇ ਨੇ, ਕੋਈ ਵੀ ਕੰਬੀਨੇਸ਼ਨ ਹੋ ਸਕਦਾ ਹੈ। ਤੇ ਆਪਾਂ ਨੂੰ ਕਿੱਥੋਂ ਪਤਾ ਚੱਲਿਆ, ਮੋਨੋਹਾਈਬ੍ਰਿਡ ਕ੍ਰੋਸ ਤੋਂ। ਠੀਕ ਹੈ। I think I am very clear till here. Let's move to the next question. A cross between unknown genotype and the recessive parent is known as, ਜਦੋਂ ਆਪਾਂ ਪਤਾ ਕਰਨਾ ਹੋਵੇ ਇੱਕ ਅਨਨੋਨ ਪਲਾਂਟ ਦਾ ਜੀਨੋਟਾਈਪ, ਅਨਨੋਨ ਵਾਸਤੇ ਕਿਹੜਾ ਯੂਜ਼ ਹੁੰਦਾ ਟੈਸਟ, ਕ੍ਰੋਸ। ਕਿਉਂ, ਨਾਮ ਤੋਂ ਹੀ ਪਤਾ ਚੱਲਦਾ ਜਦੋਂ ਆਪਾਂ ਫਾਈਂਡ ਆਊਟ ਕਰਨਾ ਹੈ ਤਾਂ ਉਸ ਕ੍ਰੋਸ ਨੂੰ ਆਪਾਂ ਕੀ ਕਹਾਂਗੇ, ਟੈਸਟ ਕ੍ਰੋਸ। ਤੇ ਇਹਦੇ ਵਿੱਚ ਆਪਾਂ ਕੀ ਕਰਾਉਂਦੇ ਆ, ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾ ਦਿੰਦੇ ਆ, ਹਨਾ। ਮੰਨ ਲਓ ਹੁਣ ਜਿਵੇਂ F1 ਜਨਰੇਸ਼ਨ ਵਿੱਚ ਮੈਂਡਲ ਸਰਕਲ ਰਿਜ਼ਲਟ ਆਇਆ ਸੀ ਕੈਪੀਟਲ T ਸਮਾਲ t ਦਾ, ਹੁਣ ਉਹਨਾਂ ਨੂੰ ਤਾਂ ਨਹੀਂ ਪਤਾ ਸੀ ਆ ਜੀਨੋਟਾਈਪ ਹੋਏਗਾ। ਉਹਨਾਂ ਨੇ ਕੀ ਕੀਤਾ, ਜਿਹੜਾ ਟਾਲ ਉਹਨਾਂ ਕੋਲ ਬਣਿਆ, ਉਹਨਾਂ ਨੇ ਸੋਚਿਆ ਕਿ ਇਹ ਤਾਂ ਨਹੀਂ ਕਿ ਆਪਣਾ ਜਿਹੜਾ ਸਮਾਲ t ਵਾਲਾ ਉਹ ਡਿਸਅਪੀਅਰ ਹੀ ਹੋ ਗਿਆ ਹੋਏ ਪੇਰੈਂਟ। ਤਾਂ ਉਹਨਾਂ ਨੇ ਕੀ ਕੀਤਾ, ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾਤਾ ਇਹਦਾ। ਜਦੋਂ ਉਹਨਾਂ ਨੇ ਕ੍ਰੋਸ ਕਰਾਇਆ ਉਹਨਾਂ ਨੇ ਦੇਖਿਆ ਆ ਹੈ ਕੈਪੀਟਲ T ਸਮਾਲ t, ਰਿਸੈਸਿਵ ਨਾਲ ਕ੍ਰੋਸ ਕਰਾਇਆ ਕੈਪੀਟਲ T ਸਮਾਲ t, ਕੈਪੀਟਲ T ਸਮਾਲ t, ਸਮਾਲ t ਸਮਾਲ t, ਸਮਾਲ t ਸਮਾਲ t। ਫਿਰ ਉਹਨਾਂ ਨੇ ਦੇਖਿਆ ਕਿ ਜਿਹੜਾ ਟਾਲ ਤੇ ਡਵਾਰਫ ਦਾ ਰੇਸ਼ੋ ਹੈ ਉਹ 1:1 ਬਣ ਰਿਹਾ ਹੈ ਨਾ, ਦੋ ਹੀ ਟਾਲ ਬਣ ਰਹੇ ਨੇ, ਦੋ ਹੀ ਡਵਾਰਫ ਬਣ ਰਹੇ ਨੇ। ਇਹਦਾ ਮਤਲਬ ਕਿ ਜਿਹੜਾ F1 ਵਾਲਾ ਪਲਾਂਟ ਹੈ ਨਾ ਉਹਦਾ ਕੈਪੀਟਲ T ਸਮਾਲ t ਵਾਲੀ ਕੰਡੀਸ਼ਨ ਹੈ ਕਿ ਉਹ ਵਾਲਾ ਜਿਹੜਾ ਅਲੀਲ ਹੈ ਡਵਾਰਫ ਪੇਰੈਂਟ ਵਾਲਾ, ਪਿਓਰ ਪੇਰੈਂਟ ਵਾਲਾ, ਉਹ ਵੀ ਆਇਆ ਹੈ ਪਰ ਉਹਨੇ ਐਕਸਪ੍ਰੈਸ ਨਹੀਂ ਕੀਤਾ ਆਪਣੇ ਆਪ ਨੂੰ। ਫਿਰ ਉਹਨਾਂ ਨੇ ਦਿੱਤਾ ਲਾਅ ਆਫ ਡੋਮੀਨੈਂਸ। ਠੀਕ ਹੈ। ਇੱਕ ਆ ਚੀਜ਼ ਤੁਸੀਂ ਹੁਣ ਕਹੋਗੇ ਕਿ ਮੈਮ ਜੇ ਕੈਪੀਟਲ T ਹੁੰਦਾ ਤਾਂ ਕੀ ਹੁੰਦਾ, ਤਾਂ ਦੇਖੋ ਜੇ ਇਸ ਕੰਡੀਸ਼ਨ ਵਿੱਚ ਕੈਪੀਟਲ T ਹੁੰਦਾ ਤੇ ਆਪਾਂ ਇਹਦਾ ਰਿਸੈਸਿਵ ਨਾਲ ਕ੍ਰੋਸ ਕਰਾਉਂਦੇ
तो सारे कंबीनेशन अपने को कैपिटल टी कैपिटल टी कैपिटल टी कैपिटल टी एवें बनते है ना, जिवें कि अपने को F1H भी आ बनता है, तो अपने को सारे प्लांट्स की बनते, टॉल वाले सारे प्लांट्स बनते। ਤਾਂ ਕਰਕੇ ਇਸ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਜਦੋਂ ਅਨਨੋਨ ਪਲਾਂਟ ਨੂੰ ਫਾਈਂਡ ਕਰਨਾ ਹੋਏ ਤਾਂ ਆਪਾਂ ਕੀ ਯੂਜ਼ ਕਰਦੇ ਆ, ਟੈਸਟ ਕ੍ਰੋਸ। ਤੇ ਜੇ ਆਪਾਂ ਨੂੰ ਪਤਾ ਹੋਏ ਜਦੋਂ ਆਪਾਂ F1 ਪ੍ਰੋਜੈਨੀ ਨਹੀਂ, ਜਦੋਂ ਆਪਾਂ ਕਿਸੇ ਵੀ ਪ੍ਰੋਜੈਨੀ ਦਾ ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾਉਂਦੇ ਆ, ਜੇ ਐਵੇਂ ਲਿਖਿਆ ਹੋਏ ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾਉਂਦੇ ਆ, ਉਹਨੂੰ ਆਪਾਂ ਕੀ ਕਵਾਂਗੇ, ਬੈਕ ਕ੍ਰੋਸ। ਪਰ ਉਹਨੂੰ ਆਪਾਂ ਟੈਸਟ ਕ੍ਰੋਸ ਨਾਮ ਕਦੋਂ ਦਵਾਂਗੇ, ਜਦੋਂ ਆਪਾਂ ਨੂੰ ਪਤਾ ਨਹੀਂ ਹੋਏਗਾ ਕਿ ਪ੍ਰੋਜੈਨੀ ਦਾ ਜੀਨੋਟਾਈਪ ਕੀ ਹੈ ਤੇ ਆਪਾਂ ਫਾਈਂਡ ਆਊਟ ਕਰਨਾ। ਠੀਕ ਹੈ, ਆਈ ਥਿੰਕ ਆਈ ਐਮ ਵੈਰੀ ਕਲੀਅਰ। ਉਸ ਤੋਂ ਬਾਅਦ ਮੋਨੋਹਾਈਬ੍ਰਿਡ ਕ੍ਰੋਸ ਤਾਂ ਆਈ ਹੈ, ਜਿੰਦੇ ਵਿੱਚ ਆਪਾਂ ਕੀ ਕਰਨੇ ਆ, ਇੱਕ ਕਰੈਕਟਰ ਦੀ ਸਟੱਡੀ ਕਰਨੇ ਆ, ਬਾਕੀ ਸਾਰੇ ਕਰੈਕਟਰਸ ਨੂੰ ਸੇਮ ਰੱਖਦੇ ਆ। ਉਸ ਤੋਂ ਬਾਅਦ ਆਉਂਦੀ ਆਪਣੀ ਗੱਲ ਰੈਸੀਪ੍ਰੋਕਲ ਕ੍ਰੋਸ ਦੀ। ਹੁਣ ਜਿਵੇਂ ਆਪਾਂ ਕ੍ਰੋਸਿਸ ਕਰਦੇ ਆ ਡਿਫਰੈਂਟ ਹਨਾ, ਆਪਾਂ ਕੀ ਕਰਦੇ ਆ, ਕ੍ਰੋਸਿਸ ਕਰਦੇ ਆ ਡਿਫਰੈਂਟ। ਇਹਦੇ ਵਿੱਚ ਕੀ ਹੁੰਦਾ ਹੈ, ਆ ਮੇਲ ਪੇਰੈਂਟ ਹੋਇਆ, ਆ ਫੀਮੇਲ ਪੇਰੈਂਟ ਹੋਇਆ। ਆਪਾਂ ਨਾ ਮੋਸਟਲੀ ਐਵੇਂ ਕਰਨੇ ਆ, ਪਿਓਰ ਟਾਲ ਵਾਲਾ ਮੇਲ ਨੂੰ ਬਣਾਤਾ ਤੇ ਪਿਓਰ ਡਵਾਰਫ ਵਾਲਾ ਫੀਮੇਲ ਨੂੰ ਬਣਾਤਾ ਤੇ ਆਪਣੇ ਕੋਲ ਪ੍ਰੋਜੈਨੀ ਬਣੀ ਕੈਪੀਟਲ ਟੀ ਸਮਾਲ ਟੀ ਤੇ ਟਾਲ ਬਣ ਗਿਆ ਹਨਾ। ਹੁਣ ਆਪਾਂ ਨੂੰ ਆ ਡਾਊਟ ਤਾਂ ਆ ਸਕਦਾ ਕਿ ਕਿਧਰੇ ਮੇਲ ਵਾਲਾ ਹੀ ਐਕਸਪ੍ਰੈਸ ਕਰਦਾ F1 ਜਨਰੇਸ਼ਨ ਵਿੱਚ। ਮੈਂਡਲਸਨ ਨੂੰ ਆ ਡਾਊਟ ਆਇਆ, ਫਿਰ ਉਹਨਾਂ ਨੇ ਕੀ ਕੀਤਾ, ਰੈਸੀਪ੍ਰੋਕਲ ਕ੍ਰੋਸ ਕੀਤਾ। ਉਹਨਾਂ ਨੇ ਕੀ ਕੀਤਾ, ਮੇਲ ਪੇਰੈਂਟ ਨੂੰ ਕੀ ਲੈ ਲਿਆ, ਰਿਸੈਸਿਵ ਲੈ ਲਿਆ, ਤੇ ਫੀਮੇਲ ਪੇਰੈਂਟ ਨੂੰ ਕੀ ਲੈ ਲਿਆ, ਕੈਪੀਟਲ ਟੀ ਵਾਲਾ ਲੈ ਲਿਆ ਹਨਾ। ਹੁਣ ਇਹਦੇ ਵਿੱਚ ਪਿਓਰ ਟਾਲ ਲੈ ਲਿਆ। ਫਿਰ ਜਦੋਂ ਉਹਨਾਂ ਦਾ ਪਲਾਂਟ ਕੀ ਬਣਿਆ, ਟਾਲ ਬਣਿਆ, ਤਾਂ ਉਹਨਾਂ ਨੂੰ ਸਮਝ ਆਇਆ ਕਿ ਇੱਕ ਪਾਰਟਿਕੂਲਰ ਟ੍ਰੇਟ ਹੈ ਜੋ ਡੋਮੀਨੈਂਟ ਹੈ, ਮੇਲ ਫੀਮੇਲ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਇਹ ਉਹਨਾਂ ਨੇ ਕੀ ਕੀਤਾ ਸੀ, ਰੈਸੀਪ੍ਰੋਕਲ ਕ੍ਰੋਸ। ਇਹਨੂੰ ਕੀ ਆਪਾਂ ਕਹਿੰਦੇ ਆ, ਰੈਸੀਪ੍ਰੋਕਲ ਕ੍ਰੋਸ। ਮਤਲਬ ਕਿ ਜਿਹੜੇ ਪਿਓਰ ਟਾਲ ਵਾਲਾ ਜਿਹੜਾ ਜੀਨੋਟਾਈਪ ਮੇਲ ਦਾ ਸੀ, ਉਹ ਅਗਲੇ ਕ੍ਰੋਸ ਜਦੋਂ ਆਪਾਂ ਫੀਮੇਲ ਦਾ ਕਰ ਦਿੰਦੇ ਆ ਤੇ ਵਾਈਸ ਵਰਸਾ, ਉਹਨੂੰ ਆਪਾਂ ਕੀ कहता, reciprocal cross। ठीक है, let's move to the next question। The process by which character is transferred from one generation to next generation। एक generation तो दूसरी generation पेरेंट्स तो ऑफस्प्रिंग विच जदों करैक्टर पास ऑन हुंदा है, उस प्रोसैस नूं आपां की कहने आ, इनहेरिटेंस। मैं तुहानूं दस्सिया सी कि जदों आ जाए वर्ड प्रोसैस, चंगी तरह चीज एक्सप्लेन कीती सी, उहनूं आपां की कहने आ, इनहेरिटेंस। ते किसे किसे दा आंसर आंदा हेरिडिटी भी हो सकदा है, पर हेरिडिटी कदों हुंदी है, जदों करैक्टर आपदे आप नूं की कर दिंदा है, एक्सप्रैस कर दिंदा है। ठीक है, जे वैसे मान लो ਇੱਥੇ ਇਨਹੈਰੀਟੈਂਸ ਆਪਸ਼ਨ ਵਿੱਚ ਨਾ ਹੁੰਦਾ, ਫਿਰ ਆਪਾਂ ਕੀ ਕਰਦੇ, ਫਿਰ ਆਪਾਂ ਹੈਰੀਡਿਟੀ ਨੂੰ ਟਿਕ ਕਰ ਦਿੰਦੇ। ਬਟ ਜਦੋਂ ਸਪੈਸੀਫਿਕਲੀ ਇਨਹੈਰੀਟੈਂਸ ਹੈਗਾ ਤਾਂ ਆਪਾਂ ਜਦੋਂ ਪ੍ਰੋਸੈਸ ਵਰਡ ਦੇਖਾਂਗੇ, ਦ ਪ੍ਰੋਸੈਸ ਬਾਈ ਵਿਚ ਕਰੈਕਟਰ ਇਜ਼ ਟ੍ਰਾਂਸਫਰਡ ਫਰਮ ਵਨ ਜਨਰੇਸ਼ਨ ਟੂ ਅਨਦਰ, ਉਹਨੂੰ ਆਪਾਂ ਕੀ ਕਹਿ ਦਾਂਗੇ, ਇਨਹੈਰੀਟੈਂਸ ਕਵਾਂਗੇ। ਠੀਕ ਹੈ, ਵੈਸੇ ਇੰਨਾ ਕਨਫਿਊਜ਼ਿੰਗ ਕੁਐਸਚਨ ਤੁਹਾਡੇ ਪੇਪਰ ਵਿੱਚ ਨਹੀਂ ਆਏਗਾ। ਮੈਂ ਪੁਆਇੰਟ ਦੁਬਾਰਾ ਕਲੀਅਰ ਕਰਨਾ ਸੀ ਤੇ ਤੁਹਾਨੂੰ ਚੈੱਕ ਕਰਨਾ ਸੀ ਕਿ ਤੁਹਾਨੂੰ ਆਉਂਦਾ ਹੈ ਕਿ ਨਹੀਂ। ਠੀਕ ਹੈ, ਤੇ ਆਫਸਪ੍ਰਿੰਗ ਕੀ ਹੁੰਦਾ ਹੈ, प्रोजेनी या चाइल्ड जो पेरेंट्स तो बनती है। ठीक है, लेट्स मूव टू द नेक्स्ट क्वेश्चन। हुण आपां स्टेटमेंट पढ़नी है, गिवन बिलो आर टू स्टेटमेंट्स, फिर आपां दसना है कि केड़ी-केड़ी स्टेटमेंट करेक्ट है। मेंडल स्टडीड 7 पेयर्स ऑफ कंट्रास्टिंग ट्रेट्स इन पी प्लांट एंड प्रपोज द लॉ ऑफ इनहेरिटेंस। मेंडल ने बिल्कुल प्रपोज किया है लॉ ऑफ इनहेरिटेंस, पर कि मेंडल ने 7 पेयर्स ऑफ कंट्रास्टिंग ट्रेट स्टडी किते सी, मैनू आ दसो। 7 पेयर ऑफ कंट्रास्टिंग ट्रेट किते सी या 14 पेयर ऑफ कंट्रास्टिंग ट्रेट्स किते सी स्टडी, जल्दी तो दसो। बिल्कुल सही स्टेटमेंट है, 14 नहीं आएगा। कंफ्यूज हो गए ना तुसी सारे जिने, एक कंफ्यूज नहीं होना। 7 दे नाल पेयर भी तो लिखा हुआ है ते नाले लिखा है वर्ड ट्रेट। 7 पेयर या 14 ट्रेट लिखा हुए, 7 पेयर ऑफ ट्रेट लिखा हुए या 14 ट्रेट लिखा हुए या 14 ट्रू ब्रीडिंग लाइन्स लिखिया होन, तो चीज की होएगी, सही होएगी। ते जे एवें लिखा हुंदा कि 7 पेयर ऑफ कंट्रास्टिंग करैक्टर, फिर भी आ स्टेटमेंट की हुंदी, सही हुंदी। 7 पेयर ऑफ कंट्रास्टिंग करैक्टर
ਤੇ ਜੇ ਤੁਹਾਨੂੰ ਪੁੱਛਿਆ ਜਾਂਦਾ ਕਿ ਕਿੰਨੇ ਕਰੈਕਟਰਸ ਲਿੱਤੇ ਗਏ, ਫਿਰ ਆਪਾਂ ਕਹਿੰਦੇ 7 ਕਰੈਕਟਰਸ। ਠੀਕ ਹੈ, ਆਈ ਥਿੰਕ ਤੁਹਾਨੂੰ ਆ ਚੀਜ਼ ਸਮਝ ਆਈ ਹੋਏਗੀ ਇੱਥੇ ਤੱਕ, ਕਿਉਂਕਿ ਉਹਨਾਂ ਨੇ ਪੇਅਰਸ ਮੈਂਸ਼ਨ ਕਰਤਾ। ਜੇ ਕਹਿੰਦੇ ਕਿ ਜੇ ਇੱਥੇ ਇਹਨਾਂ ਨੇ ਵਰਡ ਕਰੈਕਟਰ ਲਿਖਿਆ ਹੁੰਦਾ ਨਾ, ਤਾਂ ਵੀ ਆ ਚੀਜ਼ ਕੀ ਹੋ ਜਾਣੀ ਸੀ, ਸਹੀ ਹੋ ਜਾਣੀ ਸੀ। 7 ਪੇਅਰਸ ਲਿਖਿਆ ਹੋਇਆ, ਹੁਣ 7 ਪੇਅਰਸ ਆਫ ਕੰਟਰਾਸਟਿੰਗ ਟ੍ਰੇਟ ਲਿਖਿਆ ਹੋਇਆ। ਠੀਕ ਹੈ, ਜਾਂ ਤਾਂ ਕੰਟਰਾਸਟਿੰਗ ਵਰਡ ਨਾ ਲਿਖਦੇ ਜਾਂ ਕੁਛ ਨਾ ਕੁਛ ਐਵੇਂ ਕਰਦੇ ਤਾਂ ਕੋਈ ਸਟੇਟਮੈਂਟ ਨੂੰ ਗਲਤ ਕਹਿੰਦੇ। ਸਮਝ ਆਈ? 7 characters are statement number 2, 7 characters were examined by Mendel। ठीक है, ਆਪਾਂ ਨੂੰ ਪਤਾ ਹੈ ਕਿ 7 characters examine ਕੀਤੇ ਸੀ in his experiment on pea plant। seed shape, seed color हाँ बिल्कुल ਕੀਤਾ ਸੀ, flower color ਬਿल्कुल ਕੀਤਾ ਸੀ, flower position ਬਿल्कुल ਕੀਤੀ ਸੀ, pod shape ਬਿल्कुल ਕੀਤਾ ਸੀ, pod color ਬਿल्कुल ਕੀਤਾ ਸੀ, stem height ਬਿल्कुल ਕੀਤੀ ਸੀ। ਤਾਂ ਮਤਲਬ ਕੀ ਹੈ, करेक्ट स्टेटमेंट है। किस तरह की स्टेटमेंट है? करेक्ट स्टेटमेंट है। तो दोनों की दोनों स्टेटमेंट करेक्ट हो गया, मतलब कि बोथ 1 and 2 आर करेक्ट। समझ आया? बोथ 1 and 2 आर करेक्ट। The number of contrasting characters studied by Mendel for his experiments। हुन मैंने दसो आंसर 7 आएगा कि 14 आएगा? नंबर ऑफ कंट्रास्टिंग करैक्टर्स कितने स्टडी किते सी? 7। ठीक है, now let's move to the next question। a gene is said to be dominant। ਆਪਾਂ gene ਨੂੰ dominant ਕਦੋਂ ਕਹਿੰਦੇ ਆ? it expresses its effect only in homozygous condition। मतलब कि कैपिटल T स्मॉल t ਆ ਸਾਰੀ ਆਪਾਂ ਕੰਡੀਸ਼ਨਸ ਲਿਖਣੀਆਂ। ਹੁਣ ਤੁਸੀਂ ਦੇਖੋ ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਹੋਏਗੀ। ਡੋਮੀਨੈਂਟ ਆਪਾਂ ਕਦੋਂ ਕਵਾਂਗੇ? ਜਦੋਂ ਆਪਣੇ ਆਪ ਨੂੰ ਕਦੋਂ ਐਕਸਪ੍ਰੈਸ ਕਰੇਗੀ? ਹੈਟਰੋਜ਼ਾਈਗਸ ਵਿੱਚ। ਠੀਕ ਹੈ, ਬਟ ਕੀ ਸਿਰਫ ਹੈਟਰੋਜ਼ਾਈਗਸ ਵਿੱਚ ਹੀ ਐਕਸਪ੍ਰੈਸ ਕਰੇਗੀ? ਹੋਮੋਜ਼ਾਈਗਸ ਵਿੱਚ ਵੀ ਕਰੇਗੀ। ਠੀਕ ਹੈ, ਤੇ ਜਿਹੜੀ ਸਿਰਫ ਹੋਮੋਜ਼ਾਈਗਸ ਵਿੱਚ ਕਰੇ ਉਹਨੂੰ ਆਪਾਂ ਰਿਸੈਸਿਵ ਕਹਿੰਦੇ ਆ। ਤੇ ਡੋਮੀਨੈਂਟ ਕਿਹੜੀ ਹੋਗੀ? ਜਿਹੜੀ ਦੋਨਾਂ ਕੰਡੀਸ਼ਨ ਵਿੱਚ ਆਪਦੇ ਆਪ ਨੂੰ ਐਕਸਪ੍ਰੈਸ ਕਰੇ। ਹੁਣ ਜੇ ਫਸਟ ਸਟੇਟਮੈਂਟ ਹੈ ਇਟ ਐਕਸਪ੍ਰੈਸਸ ਇਟਸ ਇਫੈਕਟ ਓਨਲੀ ਇਨ ਹੋਮੋਜ਼ਾਈਗਸ ਕੰਡੀਸ਼ਨ, ਇਹ ਤਾਂ ਰਿਸੈਸਿਵ ਲਈ ਸਟੇਟਮੈਂਟ ਹੈ, ਇਹ ਸਿਰਫ ਰਿਸੈਸਿਵ ਲਈ ਸਟੇਟਮੈਂਟ ਹੈ, ਤਾਂ ਸਟੇਟਮੈਂਟ ਤਾਂ ਗਲਤ ਹੋਗੀ। ਇਟ ਇਜ਼ ਨੈਵਰ ਐਕਸਪ੍ਰੈਸਡ, ਇਹ ਸਟੇਟਮੈਂਟ ਵੀ ਗਲਤ ਹੋਗੀ। ਡੋਮੀਨੈਂਟ ਵਾਲੀ ਤਾਂ ਐਕਸਪ੍ਰੈਸ ਕਰਦੀ ਹੈ। It is expressed both in homozygous and heterozygous condition। Yes, this is the correct statement। ठीक है, समझ आई दोनों चीज? Let's move to the next question। ਹੁਣ small t ने capital T small t ਨਾਲ ਮੇਟ ਕੀਤਾ। What will be the characteristics of offspring? ਆ ਕੀ ਹੋ ਗਿਆ? ਇਹ ਸੌਰੀ ਬੱਚੇ क्वेश्चन ਵਿੱਚ ਗੜਬੜ ਹੋ ਗਈ ਹੈ। ਆ ਦੇਖੋ, ਆਪਾਂ ਕੀ ਕਰਾਇਆ? क्रॉस कराया। ठीक है, ਹੁਣ ਆਪਾਂ ਦੱਸਣਾ ਹੈ ਕਿ ਕੈਪੀਟਲ T ਸਮਾਲ t ਜਾਂ ਸਮਾਲ t ਨਾਲ ਜਦੋਂ ਉਹਨਾਂ ਨੇ ਮੀਟਿੰਗ ਕੀਤੀ, ਕੈਪੀਟਲ T ਬਣਿਆ ਆਪਣੇ ਕੋਲ, ਸਮਾਲ t ਬਣਿਆ ਕੈਪੀਟਲ T ਤੇ ਸਮਾਲ t। ਹੁਣ ਤੁਸੀਂ ਇਹਦੇ ਵਿੱਚ ਆ ਦੱਸਣਾ ਹੈ ਕਿ ਜਾਂ ਤਾਂ ਸਾਰੇ ਡੋਮੀਨੈਂਟ ਹੋਣਗੇ, ਹਨਾ। ਇੱਥੇ ਲਿਖ ਲਓ 25%, ਇੱਥੇ ਲਿਖ ਲਓ 75% ਤੇ ਇੱਥੇ ਲਿਖ ਲਓ 50%। ਹੁਣ ਤੁਸੀਂ ਮੈਨੂੰ ਆਨਸਰ ਕਰਨਾ ਹੈ ਕਿ ਕਿੰਨੇ ਪਰਸੈਂਟ ਰਿਸੈਸਿਵ ਬਣੇ। ਹੁਣ ਐਸ ਕ੍ਰੋਸ ਤੋਂ ਤੁਹਾਨੂੰ देख के ही आंसर कर दो कि सारे के सारे डोमिनेंट तो नहीं बने, है ना। रिसेसिव वाले भी बने ने अपने को, ऑल डोमिनेंट तो नहीं बने। हुण आपां जे रेशियो लिखना होवे कैपिटल T स्मॉल t दा, अपने को आएगा 2 कैपिटल T बने 2 स्मॉल t बने, मतलब कि रेशियो की बनया 1:1 दा। हुण टोटल 1:1 विच 1.5 कितना है? 1.5 केड़ा रिसेसिव वाला, मतलब कि 50% अपने को की बनेगा? रिसेसिव बनेगा। कितने परसेंट रिसेसिव बनेगा? 50% रिसेसिव बनेगा। आई थिंक आई एम वेरी क्लियर। ठीक है, लेट्स मूव टू द नेक्स्ट क्वेश्चन। द नंबर ऑफ फिनोटाइप्स इन ABO ब्लड ग्रुप सिस्टम। मैं तुहानू दस्सिया सी कि ਇਹ देखिए किस चीज ਦੀ एग्जांपल है? मल्टीपल एलीलिज्म ਦੀ एग्जांपल है कि ABO ब्लड ग्रुप सिस्टम। ਤੇ ਇਹਦੇ ਵਿੱਚ ਆਪਾਂ ਨੂੰ ਹੋਰ ਕੀ ਦੇਖਣ ਨੂੰ ਮਿਲਦੀ ਹੈ? ਕੋਡੋਮੀਨੈਂਸ ਵੀ ਦੇਖਣ ਨੂੰ ਮਿਲਦੀ ਹੈ। ਹੁਣ ਇਹ ਕਿੰਨੇ ਫੀਨੋਟਾਈਪਸ ਬਣਾਏਗਾ? ਇਹ ਕਿਹਦੇ ਬੇਸਿਸ ਤੇ ਡਿਸਾਈਡ ਹੋਏਗਾ? ਜੀਨੋਟਾਈਪ ਦੇ ਬੇਸਿਸ ਤੇ। ਠੀਕ ਹੈ, ਹੁਣ ਜਿਵੇਂ ਇੱਕ ਆਪਣੇ ਕੋਲ ਕਿਹੜਾ ਬਲੱਡ ਗਰੁੱਪ ਬਣਦਾ ਹੈ? A ਬਲੱਡ ਗਰੁੱਪ। ਠੀਕ ਹੈ, ਇੱਕ ਆਪਣੇ ਕੋਲ ਬਣਦਾ ਹੈ B ਬਲੱਡ ਗਰੁੱਪ, ਇੱਕ ਆਪਣੇ ਕੋਲ ਬਣਦਾ ਹੈ AB ਤੇ ਇੱਕ ਆਪਣੇ ਕੋਲ ਬਣਦਾ ਹੈ O ਬਲੱਡ ਗਰੁੱਪ। ਤਾਂ ਆਪਣੇ ਕੋਲ ਜਿਹੜੇ ਦੇਖਣ ਨੂੰ ਮਿਲਦੇ ਨੇ ਉਹ ਕੀ ਹੁੰਦਾ ਹੈ? ਫੀਨੋਟਾਈਪ। ਜੇ ਆਪਾਂ ਗੱਲ ਕਰੀਏ ਜੀਨੋਟਾਈਪ ਦੀ, ਹਨਾ, IA ਤੇ IAIO, ਇਹ ਦੋਨੋਂ ਅਲੀਲਸ ਬਣ ਸਕਦੀਆਂ ਨੇ ਐਸ ਕੰਡੀਸ਼ਨ ਵਿੱਚ। ਤਾਂ ਵੀ
ਜਿਹੜਾ ਆਪਣਾ ਜੀਨ ਹੋਏਗਾ ਉਹ ਕਿਹੜਾ ਵਾਲਾ ਬਲੱਡ ਗਰੁੱਪ ਬਣੇਗਾ, A ਬਲੱਡ ਗਰੁੱਪ। ਜਾਂ B ਵਾਲੀ ਕੰਡੀਸ਼ਨ ਵਿੱਚ ਕੀ ਹੋਏਗਾ, IB ਤੇ IB-IO, ਠੀਕ ਹੈ। AB ਵਾਲੀ ਕੰਡੀਸ਼ਨ ਵਿੱਚ ਕੀ ਹੋਏਗਾ, ਦੋਨੋਂ ਦੇ ਦੋਨੋਂ ਹੋਣਗੇ IA-IB, ਠੀਕ ਹੈ। ਇਸ ਕੰਡੀਸ਼ਨ ਵਿੱਚ ਕੀ ਹੋਏਗਾ, IO-IO, ਠੀਕ ਹੈ। ਹੁਣ ਆਪਣੇ ਕੋਲ ਕਿੰਨੇ ਟਾਈਪ ਦੇ ਅਕਾਊਂਟ ਕਰੋ, 1 2 3 4 5 ਤੇ 6, ਕਿੰਨੇ ਟਾਈਪ ਦੇ ਜੀਨੋਟਾਈਪ ਬਣੇ, 6 ਟਾਈਪਸ ਦੇ ਜੀਨੋਟਾਈਪ ਬਣੇ। ਪਰ ਆਪਾਂ ਕੀ ਦੱਸਣਾ ਹੈ ਕਿ ਫੀਨੋਟਾਈਪ ਕਿੰਨੇ ਬਣੇ, ਤਾਂ ਫੀਨੋਟਾਈਪ ਕਿੰਨੇ ਬਣੇ, 4, ਠੀਕ ਹੈ। ਕਈ ਵਾਰੀ ਨਾ ਹੜਬੜੀ ਜਾ ਕੇ, ਕਿਉਂਕਿ ਜਦੋਂ ਆਪਾਂ ਜਰਨਲੀ ਪੜਾਉਂਦੇ ਆ ਨਾ, ਆਪਾਂ ਪੜਾਉਂਦੇ ਆ ਕਿ 6 ਜੀਨੋਟਾਈਪ, ਪੇਪਰ ਇਹ ਜਲਦੀ ਚ ਆਪਾਂ ਪਤਾ ਕਰ ਦਿੰਦੇ ਆ 6 ਤੇ ਟਿਕ ਕਰ ਦਿੰਦੇ ਆ, ਪਰ ਜੀਨੋਟਾਈਪ ਤਾਂ 4 ਹੀ ਬਣੇ ਨਾ। ਇੱਕ A ਬਲੱਡ ਗਰੁੱਪ ਬਣਿਆ, ਉਹ ਸੌਰੀ ਫੀਨੋਟਾਈਪ ਤਾਂ 4 ਹੀ ਬਣੇ ਨਾ, ਮੈਮ ਨੇ ਵੇਖੋ ਬੋਲਣ ਲੱਗੇ ਗਲਤ ਬੋਲਤਾ, ਫੀਨੋਟਾਈਪ ਤਾਂ 4 ਹੀ ਬਣੇ। ਇੱਕ A ਬਲੱਡ ਗਰੁੱਪ ਬਣਿਆ, ਇੱਕ AB ਬਲੱਡ ਗਰੁੱਪ ਬਣਿਆ, B ਬਲੱਡ ਗਰੁੱਪ ਬਣਿਆ ਤੇ O ਬਲੱਡ ਗਰੁੱਪ ਬਣਿਆ। ਬਟ ਜੀਨੋਟਾਈਪ ਕਿੰਨੇ ਬਣੇ, ਜੀਨੋਟਾਈਪ ਤਾਂ 6 ਬਣੇ ਨਾ, ਜੀਨੋਟਾਈਪ ਕਿੰਨੇ ਬਣੇ, 6 ਜੀਨੋਟਾਈਪ ਬਣੇ ਤੁਹਾਡੇ। I think I am very clear till here, ਸਮਝ ਆਈ ਤੁਹਾਨੂੰ ਆ ਚੀਜ਼। Let's move to the next question। ਹੁਣ ਮੈਂ ਆਪਸ਼ਨਸ ਨਹੀਂ ਦਿੱਤੇ, ਇੱਥੇ ਮੈਂ ਤੁਹਾਨੂੰ ਕੁਝ ਸਮਝਾਉਣਾ ਚਾਹ ਰਹੀ ਹਾਂ। A child of O blood group has a B group father। ਇੱਕ ਜਿਹੜਾ ਚਾਈਲਡ ਹੈ ਉਹਦਾ ਬਲੱਡ ਗਰੁੱਪ O ਹੈ। ਉਹ ਕਦੋਂ ਐਕਸਪ੍ਰੈਸ ਕਰ ਪਾਉਂਦਾ, ਜਦੋਂ ਦੋਵਾਂ ਕੋਲ O ਹੈ, ਹਨਾ। ਤਾਂ ਆਪਾਂ ਜੀਨੋਟਾਈਪ ਦੱਸਣਾ ਹੈ ਫਾਦਰ ਦਾ, ਮਤਲਬ ਕਿ ਮੰਨ ਲਓ ਮਦਰ ਕੋਈ ਵੀ ਹੋ ਸਕਦੀ ਹੈ, IA ਲਾ ਲਓ ਫॉर एन एग्जांपल, IO ਲਾ ਲਓ, ਹਨਾ। ਤੇ ਫਾਦਰ ਵੀ, ਮਤਲਬ ਕਿ ਦੋਨੋਂ ਮਦਰ ਫਾਦਰ ਤੋਂ IO ਆਣਾ ਚਾਹੀਦਾ। ਹੁਣ ਫਾਦਰ ਦਾ ਜਿਹੜਾ ਜੀਨੋਟਾਈਪ ਹੈ, ਫਾਦਰ ਕੀ ਹੈ, B ਬਲੱਡ ਗਰੁੱਪ ਦਾ, ਉਹਨਾਂ ਨੇ ਆਪਾਂ ਨੂੰ ਦੱਸਤਾ। ਹੁਣ ਮਦਰ ਆਪਾਂ ਦੱਸ ਨਹੀਂ ਸਕਦੇ ਨਾ B ਦੀ ਹੈ, IO ਦੀ ਹੈ, ਜਾਂ ਉਹਨਾਂ ਨੇ ਆਪਣੇ ਕੋਲ ਪੁੱਛਿਆ ਵੀ ਨਹੀਂ। ਇਹਨਾਂ ਤਿੰਨੋਂ ਵਿੱਚੋਂ ਕੋਈ ਵੀ ਕੰਡੀਸ਼ਨ ਹੋ ਸਕਦੀ ਹੈ। ਬਟ ਜਿਹੜਾ ਫਾਦਰ ਹੈ, ਇੱਕ ਤਾਂ ਉਹਦੇ ਕੋਲ O ਵਾਲਾ ਆਏਗਾ ਹੀ, ਹਨਾ, ਇੱਕ ਫੀਮੇਲ ਤੋਂ ਆਏਗਾ O ਵਾਲਾ, ਇੱਕ ਫਾਦਰ ਤੋਂ ਆਏਗਾ O ਵਾਲਾ। तो दूसरा की चीज होएगा कि उन्होंने ब्लड ग्रुप की है B है, तो दूसरी जीनोटाइप की होएगी B होएगी। तो अपने कोल जिहड़ी फादर दी जीनोटाइप आएगी वो आएगी IB-IO। ਤਾਂ ਕਰਕੇ ਜਿਹੜਾ ਉਹਨਾਂ ਦਾ ਬੱਚਾ ਹੈ ਉਹ IO ਤੇ O ਬਲੱਡ ਗਰੁੱਪ ਦਾ ਬਣੇਗਾ, ਉਹਦੇ ਕੋਲ ਆ ਵਾਲੀ ਕੰਡੀਸ਼ਨ ਆਏਗੀ, ਠੀਕ ਹੈ। ਸਮਝ ਵਿੱਚ ਆਇਆ ਤੁਹਾਨੂੰ ਆ ਚੀਜ਼ ਕਿ ਆਪਾਂ ਜੀਨੋਟਾਈਪ ਕਿਵੇਂ ਫਾਈਂਡ ਆਊਟ ਕਰ ਸਕਦੇ ਆ, ਠੀਕ ਹੈ। ਆਪਣੇ ਕੋਲ ਫਾਦਰ ਦੇ ਵੀ ਆ ਵਾਲੇ ਸਾਰੇ ਆਪਸ਼ਨਸ ਬਣ ਸਕਦੇ ਸੀ ਨਾ, ਠੀਕ ਹੈ, ਕਿ O ਬਲੱਡ ਗਰੁੱਪ ਵਾਲਾ ਜੇ ਬੱਚਾ ਆਇਆ, ਫਾਦਰ ਦੇ ਵੀ ਸਾਰੇ ਆਪਸ਼ਨ ਬਣ ਸਕਦੇ ਸੀ। ਪਰ ਉਹਨਾਂ ਨੇ ਆਪਾਂ ਨੂੰ ਕੀ ਕਿਹਾ ਕਿ ਜਿਹੜੇ ਫਾਦਰ ਨੇ ਉਹ ਕਿਸ ਗਰੁੱਪ ਦੇ ਨੇ, B ਗਰੁੱਪ ਦੇ ਨੇ। ਤੇ B ਗਰੁੱਪ ਕਿਹੜਾ ਹੋ ਸਕਦਾ ਹੈ, B ਗਰੁੱਪ ਜਾਂ ਤਾਂ ਆਹ ਵਾਲੀ ਕੰਡੀਸ਼ਨ ਹੋ ਸਕਦੀ ਹੈ ਜਾਂ ਆਹ ਵਾਲੀ ਕੰਡੀਸ਼ਨ ਹੋ ਸਕਦੀ ਹੈ। ਬਟ ਜੇ ਆਹ ਵਾਲੀ ਕੰਡੀਸ਼ਨ ਆਪਾਂ ਲੈਂਦੇ ਤਾਂ ਬੱਚਾ ਵੀ B ਗਰੁੱਪ ਵਾਲਾ ਹੁੰਦਾ, ਪਰ ਪ੍ਰੋਜੈਨੀ ਕਿਹੜੀ ਹੈ, O ਬਲੱਡ ਗਰੁੱਪ ਵਾਲੀ। ਤਾਂ ਮਤਲਬ ਕਿ O ਵਾਲਾ ਇਹ ਜ਼ਰੂਰ ਕੈਰੀ ਕਰ ਰਹੇ ਨੇ ਉਹਦੇ ਫਾਦਰ, ਠੀਕ ਹੈ। ਸਮਝ ਆਇਆ? I think I am very clear। Let's move to the next question। A man with blood group A, man है जड़ा on the blood group की है A, ठीक है। Woman with the blood group B, woman the blood group की है B। What are the all possible blood groups of their offspring? ਹੁਣ ਜਿਹੜਾ man है वो IA-IO आ भी हो सकता है, IA वाला भी हो सकता है। ਹੁਣ ਜਿਹੜੀ फीमेल है वो भी ऐਵੇਂ हो सकती है, IB-IB वाली हो सकती है, ते IB-IO वाली भी हो सकती है, ठीक है। ਹੁਣ ਮੰਨ ਲਓ ਸਭ ਤੋਂ ਪਹਿਲੇ ਆਪਾਂ ਆਹ ਵਾਲਾ ਕੇਸ ਸਿਨੈਰੀਓ ਲਈਏ, ਠੀਕ ਹੈ। ਇਹਦੇ ਤੋਂ ਤਾਂ ਇੱਕ ਆ ਬਣ ਇੱਕ ਕੰਡੀਸ਼ਨ ਬਣ ਸਕਦੀ ਹੈ ਕਿ ਮਦਰ ਤੋਂ ਕੀ ਆਏਗਾ, ਮੇਲ ਤੋਂ ਕੀ ਆਏਗਾ, IA ਹੀ ਆਏਗਾ ਇਸ ਕੰਡੀਸ਼ਨ ਵਿੱਚ, ਤੇ ਫੀਮੇਲ ਤੋਂ IB ਹੀ ਆਏਗਾ। ਤੇ ਇਹਦੇ ਮਤਲਬ ਇੱਥੋਂ ਤਾਂ ਸਿਰਫ AB ਵਾਲਾ ਹੀ ਕੰਡੀਸ਼ਨ ਬਣ ਸਕਦੀ ਹੈ। ਹੁਣ ਜਦੋਂ ਆਪਾਂ ਆਹ ਵਾਲਾ ਕੰਬੀਨੇਸ਼ਨ ਲੈਂਦੇ ਆ, IA ਵਾਲਾ ਤੇ IO, ਆਹ ਕੰਬੀਨੇਸ਼ਨ ਹੋ ਗਿਆ ਮੇਲ ਦਾ। ਹੁਣ ਇੱਥੇ ਆਪਾਂ ਪੂਨਟ ਸਕੁਆਇਰ ਬਣਾਉਂਦੇ ਆ, ਠੀਕ ਹੈ। ਇੱਥੋਂ ਹੋ ਗਿਆ IB ਫੀਮੇਲ ਦਾ ਜਾਂ IO ਫੀਮੇਲ ਦਾ। ਇਹਦੇ ਤੋਂ ਆਪਾਂ ਨੂੰ ਕਿਹੜਾ ਕੰਬੀਨੇਸ਼ਨ ਦੇਖਣ ਨੂੰ ਮਿਲੇਗਾ, IA-IB ਵੀ ਦੇਖਣ ਨੂੰ ਮਿਲ ਸਕਦਾ ਹੈ, IA-IO ਵੀ ਦੇਖਣ ਨੂੰ ਮਿਲ ਸਕਦਾ ਹੈ, IB-IO ਵੀ ਦੇਖਣ ਨੂੰ ਮਿਲ ਸਕਦਾ ਹੈ, ਤੇ ਇੱਥੇ ਕੀ ਹੈ, IO ਹੈ ਨਾ, IO ਤੇ IO ਵੀ ਦੇਖਣ ਨੂੰ ਮਿਲ ਸਕਦਾ ਹੈ। ਮਤਲਬ ਕਿ ਆਪਾਂ ਨੂੰ ਇਹਦੇ ਵਿੱਚ AB ਵੀ ਦੇਖਣ ਨੂੰ ਮਿਲਿਆ, B ਵੀ ਦੇਖਣ ਨੂੰ ਮਿਲਿਆ, A ਵੀ ਦੇਖਣ ਨੂੰ ਮਿਲਿਆ ਤੇ O ਵੀ ਦੇਖਣ ਨੂੰ ਮਿਲਿਆ। ਮਤਲਬ ਕਿ ਆਪਾਂ ਨੂੰ ਸਾਰੇ ਦੇਖਣ ਨੂੰ ਮਿਲ ਸਕਦੇ ਨੇ। ਹੁਣ ਜਿਹੜਾ ਆਹ ਵਾਲੀ ਕੰਡੀਸ਼ਨ ਹੈ ਉਹਦਾ ਕ੍ਰੋਸ ਇਹਦੇ ਨਾਲ ਵੀ ਹੋ ਸਕਦਾ ਹੈ, ਆਹ ਵਾਲੀ ਕੰਡੀਸ਼ਨ ਦਾ ਕ੍ਰੋਸ ਇਹਦੇ ਨਾਲ ਵੀ ਹੋ ਸਕਦਾ ਹੈ। ਪਰ ਇਹ ਜਿਹੜੀ ਸਭ ਤੋਂ ਜ਼ਿਆਦਾ ਵੇਰੀਏਬਲ ਡਿਗਰੀ ਵਾਲਾ ਕ੍ਰੋਸ ਸੀ ਆਪਾਂ ਕਰਾ ਕੇ ਦੇਖ ਲਿਆ,
ਜਦੋਂ ਆਪਾਂ ਆਹ ਹੀ ਕਰਾ ਕੇ ਵੇਖ ਲਿਆ ਤਾਂ ਪੋਸੀਬਿਲਿਟੀ ਜਿਹਦੇ ਵਿੱਚ ਸਾਰੀ ਕੰਡੀਸ਼ਨਸ ਹੀ ਆ ਗਈਆਂ ਤਾਂ ਆਪਾਂ ਨੂੰ ਹੋਰ ਕੋਈ ਕ੍ਰੋਸ ਚੈੱਕ ਕਰਨ ਦੀ ਲੋੜ ਹੈ ਨਹੀਂ। ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡਾਇਵਰਸਿਟੀ ਹੋਵੇ ਸਭ ਤੋਂ ਪਹਿਲੇ ਉਹ ਕ੍ਰੋਸ ਕਰਾ ਕੇ ਵੇਖ ਲਓ। ਜਦੋਂ ਉਹਦੇ ਵਿੱਚ ਸਾਰੀ ਪੋਸੀਬਿਲਿਟੀਜ਼ ਆਪਣੇ ਕੋਲ ਆ ਹੀ ਗਈਆਂ ਉਹਦੇ ਵਿੱਚ ਜਿਹੜੀ ਆਵੇ ਨਾ ਆਵੇ, ਆਪਣਾ ਆਨਸਰ ਤਾਂ ਆਪਸ਼ਨ ਨੰਬਰ ਏ ਹੋ ਗਿਆ ਨਾ ਕਿ ਏ ਬਲੱਡ ਗਰੁੱਪ ਵੀ ਹੋ ਸਕਦਾ, ਬੀ ਵੀ ਹੋ ਸਕਦਾ, ਏ ਬੀ ਵੀ ਹੋ ਸਕਦਾ ਤੇ ਓ ਵੀ ਹੋ ਸਕਦਾ ਹੈ। ਤੇ ਐਗਜ਼ਾਮ ਵਿੱਚ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਹੈ। ਤੁਸੀਂ ਆ ਨਹੀਂ ਹੈ ਕਿ ਹਰ ਜੀਨੋਟਾਈਪ ਦਾ ਹਰ ਜੀਨੋਟਾਈਪ ਨਾਲ ਕ੍ਰੋਸ ਕਰਵਾਉਣ ਬੈਠ ਹੀ ਗਏ ਉੱਥੇ, ਤਾਂ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਤੁਸੀਂ ਕੀ ਵੇਖਣਾ ਹੈ, IO ਤੇ IO ਇਹਦੇ ਵਿੱਚ ਸਭ ਤੋਂ ਜ਼ਿਆਦਾ ਡਿਗਰੀ ਆਫ ਵੇਰੀਐਂਸ ਹੈ, ਇਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਵੇਰੀਏਸ਼ਨ ਹੈ। ਜੇ ਇਹਦੇ ਵਿੱਚ ਆਪਾਂ ਨੂੰ ਸਾਰੇ ਕੰਬੀਨੇਸ਼ਨ ਮਿਲ ਹੀ ਗਏ ਤਾਂ ਦੂਜੇ ਕ੍ਰੋਸ ਆਪਾਂ ਨੂੰ ਕਰਾ ਕੇ ਦੇਖਣ ਦੀ ਨਹੀਂ ਲੋੜ ਹੈਗੀ। ਸਮਝ ਆਈ ਤੁਹਾਨੂੰ ਇੱਥੇ ਤੱਕ? ਸੋ ਦੈਟਸ ਇਟ। ਹੁਣ ਆਪਾਂ ਚੱਲਦੇ ਨੈਕਸਟ ਕੁਐਸਚਨ ਦੀ ਤਰਫ। A true breeding plant is, ਜਿਹੜਾ true breeding plant ਹੈ ਉਹਦੇ ਵਾਸਤੇ ਆ ਚੀਜ਼ਾਂ ਪੜੋ। Nearly homozygous and produces offspring of its own kind. Always homozygous recessive, ਹਮੇਸ਼ਾ homozygous recessive ਹੁੰਦੀਆਂ ਨਹੀਂ। ਆਪਾਂ ਤਾਂ ਪਿਓਰ ਟॉल ਬਣਾਉਂਦੇ ਆ, ਪਿਓਰ ਡਵਾਰਫ ਵੀ ਬਣਾਉਂਦੇ ਆ। ਆ ਸਟੇਟਮੈਂਟ ਤਾਂ ਗਲਤ ਹੋ ਗਈ, ਹਮੇਸ਼ਾ ਰਿਸੈਸਿਵ ਤਾਂ ਨਹੀਂ ਹੋ ਸਕਦਾ। One that is able to breed on its own, ਆਪਦੇ ਆਪ ਹੀ ਬਰੀਡ ਕਰ ਸਕਦੀ ਹੈ, ਨਹੀਂ ਇਹ ਤਾਂ ਗਲਤ ਹੋ ਗਿਆ। ਇੱਕ ਫੀਮੇਲ ਪੈਰੈਂਟ ਜਾਂ ਮੇਲ ਪੈਰੈਂਟ ਦੋਨੋਂ ਚਾਹੀਦੇ ਨੇ। Produced due to cross pollination among unrelated plants, homozygous unrelated ਤੋਂ ਬਣੇਗਾ ਨਹੀਂ। ਜਦੋਂ ਆਪਾਂ ਨੂੰ ਟਰੂ ਬਰੀਡਿੰਗ ਵੈਰਾਈਟੀ ਪ੍ਰੋਡਿਊਸ ਕਰਨੀ ਸੀ ਤਾਂ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਇੱਕ ਹੀ ਫੈਮਿਲੀ ਵਿੱਚ ਵਾਰੀ-ਵਾਰੀ ਉਹ ਸੇਮ ਹੀ ਕੈਰੈਕਟਰਸ ਨੂੰ ਲੈ ਕੇ ਆਪਾਂ ਜਿਹੜਾ ਹੈ ਮੇਟਿੰਗ ਕਰਵਾਉਂਦੇ ਜਾਵਾਂਗੇ, ਹਾਈਬ੍ਰਿਡਾਈਜੇਸ਼ਨ ਕਰਾਉਂਦੇ ਜਾਵਾਂਗੇ ਤਾਂ ਉਹ ਕੈਰੈਕਟਰ ਸਟੇਬਲੀ ਪਾਸ ਡਾਊਨ ਹੁੰਦਾ ਜਾਏਗਾ ਫਰੋਮ ਜਨਰੇਸ਼ਨ ਟੂ ਜਨਰੇਸ਼ਨ। ਤਾਂ ਅਨਰਿਲੇਟਡ ਪਲਾਂਟ ਜਦੋਂ ਆਪਾਂ ਲਵਾਂਗੇ ਤਾਂ ਆ ਚੀਜ਼ ਨਹੀਂ ਹੋ ਪਾਏਗੀ। ਤਾਂ ਆਪਣਾ ਜਿਹੜਾ ਆਪਸ਼ਨ ਨੰਬਰ ਏ ਹੈ ਨੀਅਰਲੀ ਹੋਮੋਜ਼ਾਈਗਸ ਐਂਡ ਪ੍ਰੋਡਿਊਸਸ offspring of its own kind, ਇਹ ਆਪਣੀ ਸਟੇਟਮੈਂਟ ਕੀ ਹੋਗੀ, ਸਹੀ ਹੋਗੀ। ਮਤਲਬ ਆਪਦੀ ਤਰ੍ਹਾਂ ਦੇ ਹੀ offspring ਉਹ ਬਣਾਉਂਦਾ ਜਾਏਗਾ। I think I am very clear till here. Let's move to the next question. A tall true breeding garden pea plant is crossed with a dwarf true breeding garden pea plant. ਠੀਕ ਹੈ, ਜਿਹੜਾ ਨਾਰਮਲ ਕਿਸ ਦੀ ਗੱਲ ਹੋ ਰਹੀ ਹੈ, ਜਿਹੜਾ ਨਾਰਮਲ ਕੀ ਕਰਾਇਆ ਸੀ ਆਪਾਂ ਕ੍ਰੋਸ ਕਰਾਇਆ ਸੀ ਮੈਂਡਲਸਨ ਨੇ। ਕੈਪੀਟਲ ਟੀ ਆ ਹੋ ਗਿਆ ਆਪਣਾ ਸਮਾਲ ਟੀ ਵਾਲਾ, ਹੈ ਨਾ। ਜਸਟ ਵੇਟ ਅ ਮਿੰਟ। ਅੱਛਾ ਹਾਂ, ਤਾਂ ਆਪਾਂ ਕੀ ਕਰਾਇਆ ਸੀ, ਟॉल ਬਰੀਡਿੰਗ ਵੈਰਾਈਟੀ ਕਰਾਈ ਸੀ। ਚਲੋ ਆਪਾਂ ਦੁਬਾਰਾ ਸਟਾਰਟ ਕਰਦੇ ਹਾਂ। ਆਈ ਐਮ ਰੀਲੀ ਵੈਰੀ ਸੌਰੀ। ਕਿਹੜਾ ਕੁਐਸਚਨ ਸੀ ਆਪਣਾ? ਸੌਰੀ ਫॉर द ਇੰਟਰਪਸ਼ਨ ਗਾइस। ਹਾਂ ਆਹ ਵਾਲੇ ਕੁਐਸਚਨ ਤੇ ਸੀ ਜਿਹੜੀ ਨਾਰਮਲ ਮੈਂਡਲ ਨੇ ਐਕਸਪੈਰੀਮੈਂਟ ਕਰਾਇਆ ਸੀ ਉਹਦੇ ਬਾਰੇ ਪੁੱਛ ਲਿਆ। ਉਹਨਾਂ ਨੇ ਕੀ ਕੀਤਾ ਸੀ, ਪਿਓਰ ਟॉल ਪਲਾਂਟ ਲਿੱਤਾ ਸੀ, ਪਿਓਰ ਡਵਾਰਫ ਪਲਾਂਟ ਲਿੱਤਾ ਸੀ। ਉਹਨਾਂ ਨੇ ਕਿਹਾ ਹੋਗਾ ਦਾ F1 ਪਲਾਂਟਸ ਵਰ ਸੈਲਡ। ਉਸ ਤੋਂ ਬਾਅਦ ਇੱਥੋਂ F1 ਪਲਾਂਟਸ ਬਣੇ ਸੀ ਕੈਪੀਟਲ ਟੀ ਸਮਾਲ ਟੀ। ਠੀਕ ਹੈ, ਕੀ ਬਣੇ ਸੀ, F1 ਪਲਾਂਟਸ ਬਣੇ ਕੈਪੀਟਲ ਟੀ ਸਮਾਲ ਟੀ। ਤੇ ਉਸ ਤੋਂ ਬਾਅਦ ਇਹਦੀ ਕੀ ਕਰਾਤੀ, ਸੈਲਫਿੰਗ। ਇਹਦੀ ਜਦੋਂ ਸੈਲਫਿੰਗ ਕਰਾਈ ਤਾਂ ਆਪਣੇ ਕੋਲ ਕੀ ਬਣਿਆ ਕੰਡੀਸ਼ਨ, ਇੱਥੇ ਗੈਮੀਟਸ ਬਣੇ ਕੈਪੀਟਲ ਟੀ ਸਮਾਲ ਟੀ, ਕੈਪੀਟਲ ਟੀ ਸਮਾਲ ਟੀ, ਕੈਪੀਟਲ ਟੀ ਕੈਪੀਟਲ ਟੀ, ਕੈਪੀਟਲ ਟੀ ਸਮਾਲ ਟੀ, ਕੈਪੀਟਲ ਟੀ ਸਮਾਲ ਟੀ, ਸਮਾਲ ਟੀ ਸਮਾਲ ਟੀ। ਇਹ ਆਪਣੇ ਕੋਲ ਕੰਡੀਸ਼ਨ ਬਣੀ। ਹੁਣ ਆਪਾਂ ਦੱਸਣਾ ਹੈ ਕਿ ਜਿਹੜੇ ਰਿਜ਼ਲਟਿੰਗ ਪਲਾਂਟ ਸੀ ਉਹਨਾਂ ਦਾ ਜੀਨੋਟਾਈਪ ਦਾ ਕੀ ਰੇਸ਼ੋ ਸੀ। ਹੁਣ ਜਿਹੜਾ ਕੈਪੀਟਲ ਟੀ ਹੈ, ਕੈਪੀਟਲ ਟੀ ਸਮਾਲ ਟੀ ਆ ਜਿਹੜੇ ਤਿੰਨੋਂ ਨੇ ਸਾਰੇ ਦੇ ਸਾਰੇ ਟॉल ਨੇ ਤੇ ਇੱਕ ਡਵਾਰਫ ਵਾਲਾ ਪਲਾਂਟ ਬਣਿਆ, ਮਤਲਬ 3:1 ਦਾ ਆ ਰੇਸ਼ੋ ਹੈ। ਪਰ ਹੁਣ ਜੇ ਆਪਣੇ ਕੋਲ ਗੱਲ ਕੀਤੀ ਜਾਏ ਹੋਮੋਜ਼ਾਈਗਸ ਟॉल ਦੀ, ਇਹ ਤਾਂ ਫਿਨੋਟਿਪਿਕ ਰੇਸ਼ੋ ਹੋ ਗਿਆ ਤੇ ਇਹ ਤਾਂ ਫਿਨੋਟਿਪਿਕ ਰੇਸ਼ੋ ਵੀ ਗਲਤ ਹੈ। ਠੀਕ ਹੈ, ਉਸ ਤੋਂ ਬਾਅਦ ਹੋਮੋਜ਼ਾਈਗਸ ਟॉल, हेटेरोजाइगस टॉल ਤੇ ਹੋਮੋਜ਼ਾਈਗਸ ਰਿਸੈਸਿਵ ਵਾਲੀ ਜੇ ਆਪਾਂ ਗੱਲ ਕੀਤੀ ਹੋਮੋਜ਼ਾਈਗਸ ਡਵਾਰਫ, ਤਾਂ ਉਹ ਕੀ ਹੈ ਆਪਣੇ ਕੋਲ ਹੋਮੋਜ਼ਾਈਗਸ ਟॉल ਕੈਪੀਟਲ ਟੀ ਵਾਲੀ ਜਿਹੜੀ ਕੰਡੀਸ਼ਨ ਹੈ ਉਹ ਕਿੰਨੀ ਹੈ, ਇੱਕ ਹੈ। ਹੈਟਰੋਜ਼ਾਈਗਸ ਟॉल ਕੈਪੀਟਲ ਟੀ ਸਮਾਲ ਟੀ ਵਾਲੀ ਜਿਹੜੀ ਕੰਡੀਸ਼ਨ ਹੈ ਉਹ ਕਿੰਨੀ ਹੈ, 2। ਹੋਮੋਜ਼ਾਈਗਸ ਜਿਹੜਾ ਆਪਣਾ ਡਵਾਰਫ ਹੈ, ਜਿਹੜਾ ਹੋਮੋਜ਼ਾਈਗਸ ਰਿਸੈਸਿਵ ਵਾਲਾ ਇੱਕ ਹੀ ਕੰਡੀਸ਼ਨ ਹੈ, ਮਤਲਬ ਆ। ਹੁਣ ਤੁਸੀਂ ਆ ਆਪਸ਼ਨਸ ਵਿੱਚੋਂ ਦੇਖਣਾ ਰੇਸ਼ੋ ਤਾਂ 1:2:1 ਦਿੱਤਾ ਹੋਇਆ ਹੈ ਨਾ।
ਇਹ ਤੁਹਾਨੂੰ ਵੈਸੇ ਯਾਦ ਹੀ ਹੋਣਾ ਚਾਹੀਦਾ, ਉੱਥੇ ਕਰਕੇ ਨਹੀਂ ਵੇਖਣਾ। ਜਿਹੜਾ ਟੋਲ ਹੋਮੋਜ਼ਾਈਗਸ ਵਾਲਾ ਸੀ, ਟੋਲ ਹੋਮੋਜ਼ਾਈਗਸ ਵਾਲਾ 1 ਸੀ, ਟੋਲ ਹੈਟਰੋਜ਼ਾਈਗਸ ਵਾਲਾ 2 ਸੀ, ਤੇ ਜਿਹੜਾ ਆਪਣਾ ਡਵਾਰਫ ਵਾਲਾ ਸੀ ਉਹ 1 ਸੀ। ਮਤਲਬ ਜਿਹੜਾ ਆਪਣਾ ਆਪਸ਼ਨ ਨੰਬਰ 1 ਹੈ ਉਹ ਕਰੈਕਟ ਹੋ ਜਾਏਗਾ। ਇੱਥੇ ਆਪਣੀ ਕੀ ਗਲਤੀ ਹੋ ਗਈ ਕਿ ਟੋਲ ਹੈਟਰੋਜ਼ਾਈਗਸ ਨੂੰ 1 ਦਿੱਤਾ ਹੋਇਆ ਹੈ ਤੇ ਟੋਲ ਹੋਮੋਜ਼ਾਈਗਸ ਨੂੰ 2 ਦਿੱਤਾ ਹੋਇਆ, ਜਦ ਕਿ ਇਹ ਰਿਵਰਸ ਹੋਣਾ ਚਾਹੀਦਾ ਹੈ। ਕਈ ਵਾਰੀ ਨਾ ਤੁਹਾਨੂੰ ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜੇ ਇਹਦੇ ਵਿੱਚ ਨਾ ਰੇਸ਼ੋ ਐਵੇਂ ਲਿਖ ਦਿੰਦੇ ਨਾ 2:1:1, ਫਿਰ ਆ ਚੀਜ਼ ਸਹੀ ਹੋ ਜਾਣੀ ਸੀ। ਟੋਲ ਹੈਟਰੋਜ਼ਾਈਗਸ ਦੇ ਸਾਹਮਣੇ 2 ਆਣਾ ਚਾਹੀਦਾ ਸੀ, ਟੋਲ ਹੋਮੋਜ਼ਾਈਗਸ ਦੇ ਸਾਹਮਣੇ 1 ਆਣਾ ਚਾਹੀਦਾ ਸੀ, ਤੇ ਡਵਾਰਫ ਦੇ ਸਾਹਮਣੇ 1 ਆਣਾ ਚਾਹੀਦਾ ਸੀ। आई थिंक आई एम वेरी क्लियर टिल हियर। चलो नेक्स्ट क्वेश्चन की तरफ चलते हैं। The exceptions of law of dominance are, मैं ਤੁਹਾਨੂੰ ਉਸ ਦਿਨ ਦੱਸਿਆ ਸੀ ਕਿ law of dominance ਦੀ 2 exceptions ਬਾਰੇ, ਜਿਨ੍ਹਾਂ ਬਾਰੇ ਆਪਾਂ ਹੁਣ ਗੱਲ ਵੀ ਕਰਾਂਗੇ। ਤਾਂ ਉਹ ਕਿਹੜੀ exception ਸੀ? Incomplete dominance ਤੇ co-dominance, ਤੇ both 1 and 2 are correct। ਸਾਰਿਆਂ ਨੂੰ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਮਲਟੀਪਲ ਐਲੀਲਿਜ਼ਮ ਤਾਂ ਐਕਸੈਪਸ਼ਨ ਨਹੀਂ ਹੈਗੀ। ਬੇਟਾ ਮਲਟੀਪਲ ਐਲੀਲਿਜ਼ਮ ਇਜ਼ ਨੋਟ ਐਨ ਐਕਸੈਪਸ਼ਨ ਆਫ law of dominance, ठीक है। law of dominance ਦੀ exception नहीं है कि multiple allelism, ठीक है। समझ आई ਤੁਹਾਨੂੰ ਆ ਗੱਲ? ਮਲਟੀਪਲ ਐਲੀਲਿਜ਼ਮ ਪਰ ਕਿੰਦੇ ਤੇ ਕੰਮ ਕਰਦੇ? ਜਿਹੜੀ ਮਲਟੀਪਲ ਐਲੀਲ ਹੈ ਉਹ ਆਪਾਂ ਪੋਪੂਲੇਸ਼ਨ ਲੈਵਲ ਤੇ ਹੀ ਦੇਖ ਸਕਦੇ ਹਾਂ। ਜਿਵੇਂ ਜਿਹੜਾ ABO ਬਲੱਡ ਗਰੁੱਪ ਸਿਸਟਮ ਹੈ ਹਨਾ, ਇੱਕ ਪਾਰਟਿਕੂਲਰ ਪਰਸਨ ਵਿੱਚ ਤਾਂ 2 ਹੀ ਅਲੀਲਸ ਹੁੰਦੇ ਆ ਸਕਦੇ ਨੇ ਨਾ, A ਆ ਸਕਦਾ, A ਵਾਲਾ ਆ ਸਕਦਾ, B ਵਾਲਾ ਆ ਸਕਦਾ, AB ਵਾਲਾ ਆ ਸਕਦਾ, O ਵਾਲਾ ਆ ਸਕਦਾ, ਪਰ ਪਾਰਟਿਕੂਲਰ ਪਰਸਨ ਦੇ ਹੋਮੋਲੋਗਸ ਕ੍ਰੋਮੋਸੋਮ ਤੇ 2 ਹੀ ਤਰ੍ਹਾਂ ਦੇ ਜੀਨ ਪ੍ਰੈਜ਼ੈਂਟ ਹੋ ਸਕਦੇ ਨੇ। ਤਾਂ ਹੀ ਆਪਾਂ ਕੀਤਾ ਸੀ ਜਾਂ ਤਾਂ IA IO ਆ ਜਾਏਗਾ ਜਾਂ IA IA ਆ ਜਾਏਗਾ, ਠੀਕ ਹੈ। IB IB ਆ ਸਕਦਾ ਹੈ, IB IO ਵਾਲੀ ਕੰਡੀਸ਼ਨ ਆ ਸਕਦੀ ਹੈ, ਠੀਕ ਹੈ। IA ਹੋ ਸਕਦਾ ਹੈ, IB ਹੋ ਸਕਦਾ ਹੈ, IO IO ਹੋ ਸਕਦਾ ਹੈ। ਇਹ ਸਾਰੀ ਦੀ ਸਾਰੀ ਕੰਡੀਸ਼ਨਸ ਹੋ ਸਕਦੀਆਂ ਨੇ, ਪਰ ਇਹ ਸਾਰੀ ਦੀ ਸਾਰੀ ਕੰਡੀਸ਼ਨਸ ਨੂੰ ਆਪਾਂ ਮਲਟੀਪਲ ਐਲੀਲਿਜ਼ਮ ਉਦੋਂ ਨਹੀਂ ਕਹਿ ਸਕਦੇ ਇੱਕ ਇੰਡੀਵਿਜੂਅਲ ਵਾਸਤੇ। ਜਿਹੜੇ ਇੱਕ ਇੰਡੀਵਿਜੂਅਲ ਇਹਨਾਂ ਵਿੱਚੋਂ ਕੋਈ 2 ਵਾਲੀ ਜੀਨਸ ਹੀ ਆਉਣਗੀਆਂ ਹਨਾ, ਤਾਂ ਹੀ ਆ ਕੰਬੀਨੇਸ਼ਨ ਬਣਿਆ। ਬਟ ਜਦੋਂ ਆਪਾਂ ਪੋਪੂਲੇਸ਼ਨ ਲੈਵਲ ਤੇ ਗੱਲ ਕਰੀਏ ਤਾਂ A ਬਲੱਡ ਗਰੁੱਪ ਵੀ ਪ੍ਰੈਜ਼ੈਂਟ ਹੈ, B ਵੀ ਪ੍ਰੈਜ਼ੈਂਟ ਹੈ, A ਵੀ ਪ੍ਰੈਜ਼ੈਂਟ ਹੈ, O ਵੀ ਪ੍ਰੈਜ਼ੈਂਟ ਹੈ, ਮਤਲਬ ਕਿ ਇਹ ਸਾਰੀ ਫਾਰਮਸ ਪ੍ਰੈਜ਼ੈਂਟ ਨੇ। ਤਾਂ ਕਿ ਇਹ ਐਗਜ਼ਾਮਪਲ ਹੋਗੀ ਮਲਟੀਪਲ ਐਲੀਲ ਦੀ ਐਗਜ਼ਾਮਪਲ ਹੋਗੀ। ਤੇ ਮਲਟੀਪਲ ਐਲੀਲ ਨੂੰ ਸਿਰਫ ਤੇ ਸਿਰਫ ਪੋਪੂਲੇਸ਼ਨ ਲੈਵਲ ਤੇ ਦੇਖਿਆ ਜਾਂਦਾ ਹੈ। ਇਸ ਚੀਜ਼ ਨੂੰ ਤੁਸੀਂ ਸਟਾਰ ਮਾਰਕ ਕਰ ਲਓਗੇ। ਸੋ ਦੈਟਸ ਇਟ ਫॉर ਟੁਡੇ। ਥੈਂਕ ਯੂ ਸੋ ਮਚ। ਤੇ ਆਪਣੇ 20th ਮਾਰਚ ਤੋਂ ਫ੍ਰੀ ਡੈਮੋ ਕਲਾਸ ਸ਼ੁਰੂ ਹੋਏਗੀ, ਪ੍ਰੀ ਡੈਮੋ ਕਲਾਸ ਫॉर 3 days, ਠੀਕ ਹੈ। ਤੇ ਤੁਸੀਂ ਸਾਰਿਆਂ ਨੇ ਉਸ ਨੂੰ ਜੁਆਇਨ ਕਰਨਾ ਹੈ, ਸਾਰਿਆਂ ਨੇ ਜੁਆਇਨ ਕਰਨਾ ਹੈ, ਸਾਰਿਆਂ ਨੇ ਕਲਾਸ ਅਟੈਂਡ ਕਰਨੀ ਹੈ। ਜੇ ਕਿਸੇ ਨੇ ਬੈਚ ਪਰਚੇਸ ਕਰਨਾ ਹੋਏ ਤਾਂ ਉਹ ਕਰ ਸਕਦੇ ਹੋ। ਉਹਦੇ ਵਿੱਚ ਆਪਾਂ ਬੋਟਨੀ, ਜ਼ੂਲੌਜੀ ਤੇ ਕੈਮਿਸਟਰੀ ਤਿੰਨਾਂ ਨਾਲ ਡੀਲ ਕਰਾਂਗੇ। ਕੈਮਿਸਟਰੀ ਦੇ ਵੀ ਡੈਮੋ ਆਣਗੇ, ਬੋਟਨੀ, ਜ਼ੂਲੌਜੀ ਦੇ ਵੀ ਡੈਮੋ ਆਣਗੇ। आई थिंक आई एम वेरी क्लियर, ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਏਗੀ। ਐਂਡ ਥੈਂਕ ਯੂ ਸੋ ਮਚ। ਆਪਣੇ ਹੋਰ ਐਵੇਂ ਦੇ ਲੈਕਚਰਸ ਆਉਂਦੇ ਰਹਿਣਗੇ ਤੇ ਚੈਨਲ ਨੂੰ ਲਾਈਕ ਕਰੋ, ਤੇ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ। ਸੋ ਦੈਟਸ ਇਟ। ਥੈਂਕ ਯੂ ਫॉर टुडे।